ਜਿਹੜਾ ਬੰਦਾ ਫਾਈਨੈਂਸ਼ੀਅਲੀ ਸਟੇਬਿਲਿਟੀ ਨਹੀਂ, ਜੇ ਉਹਦੇ ਘਰ ਦਾ ਚੁੱਲ੍ਹਾ ਤੇ ਉਹਦੇ ਘਰ ਦੇ ਅੱਜ ਦੇ ਬਿਜਲੀ ਬੱਤੀਆਂ ਦੇ ਬਿੱਲ ਤੇ ਮੋਟਰਸਾਈਕਲ 'ਚ ਤੇਲ ਨਹੀਂ ਪੈਂਦਾ ਤੇ ਉਹਦੇ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਹੈ। ਤੇ ਜੇ ਅਸੀਂ ਪ੍ਰਵਾਸ ਨੂੰ ਰੋਕਣਾ ਆ ਤੇ ਸਾਡੀ ਪਹਿਲੀ ਇਹੀ ਆ ਕਿ ਬੱਚਿਆਂ ਨੂੰ ਜਿਹੜੀ ਤਨਖਾਹ ਆ ਉਹ ਉਸ ਤਰੀਕੇ ਨਾਲ ਦਿੱਤੀ ਜਾਵੇ ਤੇ ਤਾਂ ਕਿ ਉਹਨਾਂ ਦਾ ਘਰ ਦਾ ਗੁਜ਼ਾਰਾ ਵਧੀਆ ਤਰੀਕੇ ਨਾਲ ਹੋ ਸਕੇ। ਮੇਰਾ ਸੁਭਾਅ ਨਿਚੋੜਨ ਵਾਲਾ ਨਹੀਂ ਹੈਗਾ। ਪਹਿਲੀ ਗੱਲ, ਮੈਂ ਹਮੇਸ਼ਾ ਹੀ ਨਾ, ਕਈ ਵਾਰੀ ਜਦੋਂ ਮੇਰੇ ਜਾਂ ਕੋਈ ਫਰੈਂਡ ਸਰਕਲ ਉਹ ਕਹਿੰਦੇ ਯਾਰ ਤੂੰ ਤਨਖਾਹ ਬਹੁਤ ਜ਼ਿਆਦਾ ਦਿੰਦਾ ਆ, ਅਤੇ ਮੈਂ ਉਹਨਾਂ ਨੂੰ ਕਹਿੰਦਾ ਮੈਂ ਨਹੀਂ ਦਿੰਦਾ, ਮੇਰੇ EMPLOYEE ਮੈਨੂੰ ਪੈਸਾ ਬਹੁਤ ਕਮਾ ਕੇ ਦਿੰਦੇ ਆ। ਸੋ ਉਹੀ ਚੀਜ਼ ਨੂੰ ਅਸੀਂ ਮੱਦੇ ਨਾਲ ਰੱਖਦੇ ਹੋਏ ਸਾਡਾ ਜਿਹੜਾ ਕੰਮ ਵੀ ਆ ਮੰਡੇ ਥਰੂ ਫਰਾਈਡੇ ਹੀ ਆ। ਸੋ ਵੀ ਮੇਕ ਸ਼ੋਰ ਵੀ ਪੇ ਦਾ ਐਕਸਟਰਾ ਟਾਈਮ ਜਿਹੜਾ ਉਹਦੇ ਲਈ ਸਾਨੂੰ ਜਿਹੜਾ ਉਹਨਾਂ ਦਾ ਬੱਚਿਆਂ ਦਾ ਐਕਸਟਰਾ ਆਵਰਸ ਆ ਉਹ ਅਸੀਂ ਪੇ ਕਰਾਂਗੇ। ਪਰ ਸਾਡਾ ਕੰਮ ਬਿਲਕੁਲ ਸਿੰਪਲ ਹੈ, ਮੰਡੇ ਥਰੂ ਫਰਾਈਡੇ ਜਿਹੜਾ ਅਮਰੀਕਨ ਟਾਈਮ 'ਚ 8 to 5 ਹੋਣਾ ਆ। ਅਤੇ ਅਸੀਂ ਇਸੇ ਕਰਕੇ ਜਿਵੇਂ ਮੈਂ ਕਿਹਾ ਵੀ 7 ਤੋਂ 4 ਅਤੇ ਬੱਚਿਆਂ ਨੂੰ 15-15 ਮਿੰਟ ਟੀ ਬ੍ਰੇਕ ਹੋ ਗਈ, ਲੰਚ ਬ੍ਰੇਕ ਹੋ ਗਈ, ਅਸੀਂ ਪੂਰਾ ਇਹਨਾਂ ਦਾ ਕੈਫੇਟੇਰੀਆ ਬਣਾ ਕੇ ਦੇ ਰਹੇ ਹਾਂ ਅਤੇ ਤਾਂ ਕਿ ਵੀ ਜਿਹੜਾ ਆ ਇਹ ਆਪਣੀ ਚਾਹ ਰੋਟੀ ਪਾਣੀ ਪੂਰਾ ਪ੍ਰੋਪਰ ਟਾਈਮ ਦੇ ਨਾਲ। ਵੀ ਦਾਅਵਾ ਨਹੀਂ ਕਰ ਸਕਦੇ, ਪਰ ਮੇਰੀ ਇਹ ਆ ਵੀ ਇਸ ਪਿੰਡ ਦੇ ਵਿੱਚ ਵੀ ਆਉਣ ਵਾਲੇ 2-3 ਸਾਲ ਦੇ ਵਿੱਚ ਪੂਰੀ ਵੱਡੀ ਬਿਲਡਿੰਗ ਹੋਊਗੀ, 100 ਬਾਈ 100 ਦੀ ਐਟਲੀਸਟ, ਅਤੇ ਘੱਟੋ ਘੱਟ 200-300 ਬੱਚਾ ਜਿਹੜਾ ਉਹਦੇ ਵਿੱਚ ਕੰਮ ਕਰੂਗਾ। ਸੋ ਪਰਮਾਤਮਾ ਵੀ ਸਾਡੇ 'ਤੇ ਕਿਰਪਾ ਕਰੇ ਕਿ ਅਸੀਂ ਆਪਣੇ ਪੰਜਾਬ ਨੂੰ ਬਚਾਉਣ ਦੇ ਲਈ, ਪੰਜਾਬ ਦੇ ਵਿੱਚ ਨੂੰ ਖੁਸ਼ਹਾਲ ਕਰਨ ਦੇ ਲਈ ਆਪਣਾ ਯੋਗਦਾਨ ਪਾ ਸਕੀਏ। 2 ਸਾਲ ਪਹਿਲਾਂ ਪੰਜਾਬ ਵਿੱਚ ਆਇਆ ਅਤੇ ਮੈਂ ਇੱਕ ਦਿਨ ਬੈਠ ਕੇ ਸੋਚਾਂ ਕਿ ਮੈਂ ਇੱਥੇ ਕਿਹਨੂੰ ਦੋਸਤ ਮਿੱਤਰ, ਜਾਂ ਕਿਉਂਕਿ ਸਾਰੇ ਲੋਕ ਤਾਂ ਬਾਹਰ ਜਾਈ ਜਾ ਰਹੇ ਆ ਅਤੇ ਸਾਡੇ ਵੀ ਰਿਸ਼ਤੇਦਾਰੀ 'ਚ ਇੱਥੇ ਕੋਈ ਨਹੀਂ ਹੈਗਾ। ਅਤੇ ਜਦੋਂ ਮੈਂ ਬੈਠ ਕੇ ਸੋਚਦਾ ਸੀ ਵੀ ਮੇਰਾ ਦਾਇਰਾ ਕਿਵੇਂ ਆ, ਮੇਰੇ ਬੱਚੇ ਮੇਰੇ ਕੋਲ ਕਿਉਂ ਆਉਣ, ਉਹਨਾਂ ਕੋਲ ਕੀ ਚੀਜ਼ ਆ, ਅਤੇ ਉਹਦੇ ਲਈ ਜਿਹੜਾ ਮੇਰੇ ਸਭ ਤੋਂ ਵੱਡਾ ਇਹ ਦਿਮਾਗ ਵਿੱਚ ਆਇਆ ਕਿ ਆਪਾਂ ਨੂੰ ਇੱਥੇ ਇੱਕ ਕੰਪਨੀ ਖੋਲ੍ਹਣੀ ਚਾਹੀਦੀ ਆ ਤਾਂ ਕਿ ਬੱਚੇ ਵੀ ਉਹਦੇ 'ਚ ਇਨਵੋਲਵ ਹੋਣ। ਅਤੇ ਜਦੋਂ ਬੱਚੇ ਇਨਵੋਲਵ ਹੋ ਗਏ ਅਤੇ ਉਹ ਆਪੇ ਪੰਜਾਬ ਦੇ ਨਾਲ ਜੁੜ ਗਏ। ਮੇਰਾ ਕੌਨਫੀਡੈਂਸ ਇੰਨਾ ਜ਼ਿਆਦਾ ਸੀ, ਮੈਂ ਕਿਹਾ ਸੀ ਨਹੀਂ, ਕੰਮ ਖੋਲ੍ਹਣਾ ਅਤੇ ਪਿੰਡ 'ਚ ਖੋਲ੍ਹਣਾ, ਤੁਹਾਨੂੰ ਕੋਈ ਚੈਲੰਜ ਨਹੀਂ ਆਊਗਾ। ਇਹ ਇੱਕ ਯਾਨੀ ਕਿ ਆਮ ਦਿਮਾਗ ਦੀ ਇੱਕ ਕਾਢ ਆ ਵੀ ਜਿਹੜਾ ਉਹਨੂੰ ਲੱਗਦਾ ਵੀ ਸ਼ਾਇਦ ਸਾਨੂੰ ਵੀ ਉਹ ਚੀਜ਼ਾਂ ਹੋਊਗੀਆਂ। ਅਤੇ ਮੈਂ ਇਹ ਕਹਾਂ ਵੀ ਵਾਹਿਗੁਰੂ ਦੀ ਕਿਰਪਾ ਨਾਲ ਸਾਨੂੰ ਤਾਂ ਕੋਈ ਚੈਲੰਜ ਨਹੀਂ ਆਇਆ ਜੀ। ਦੇਖੋ ਇਹ ਸ਼ਨ ਆ ਅਤੇ ਸ਼ਨ ਨੂੰ ਹੀ ਅਸੀਂ ਓਵਰਆਲ ਡਿਵੈਲਪ ਇਸ ਨੂੰ ਕਰ ਲਿਆ। ਅਤੇ ਜੇ ਅਸੀਂ ਸ਼ਹਿਰ ਦੇ ਵਿੱਚ ਵੀ ਕੋਈ ਰੈਂਟਲ ਦੇਖਦੇ ਜਾਂ ਹੋਰ ਤੁਸੀਂ ਜਿਹੜੀਆਂ ਵੱਡੀ ਬਿਲਡਿੰਗ ਨੂੰ ਦੇਖਦੇ, ਅਤੇ ਉਹਦੇ ਨਾਲੋਂ ਵੀ ਸਾਨੂੰ ਇਹ ਸਾਰ ਲੱਗਾ ਵੀ ਆਪਾਂ ਬਿਲਕੁਲ ਪੰਜਾਬ ਦੀ ਜੜ੍ਹ ਦੇ ਵਿੱਚ ਹੀ ਪਿੰਡ ਦੇ ਵਿੱਚ ਬੈਠ ਕੇ ਆਪਣਾ ਕੰਮ ਸ਼ੁਰੂ ਕਰਨਾ ਜੀ। ਜਿਵੇਂ ਬੱਚੀਆਂ ਆ ਅਤੇ ਇਹਨਾਂ ਨੂੰ ਆਪਸ ਵਿੱਚ ਸ਼ੇਅਰ ਕਰ ਲੈਂਦੇ, ਰਾਈਟ ਸ਼ੇਅਰ ਕਰ ਲੈਂਦੇ ਆ, ਅਤੇ ਅਸੀਂ ਇਹ ਵੀ ਇਹਨਾਂ ਨਾਲ ਪ੍ਰੋਮਿਸ ਕੀਤਾ ਵੀ ਇਫ ਐਨੀਵਨ ਨੀਡ ਵੀ ਅਸੀਂ ਤੁਹਾਨੂੰ ਆਉਣ ਜਾਣ ਦਾ ਜਿੰਮਾ ਸਾਡਾ ਹੀ ਹੋਵੇਗਾ। ਕਿਉਂਕਿ ਰਾਤ ਦੇ ਕੰਮ ਦੇ ਵਿੱਚ ਸਪੈਸ਼ਲੀ ਬੱਚੀਆਂ ਦੇ ਔਰ ਪੇਰੈਂਟਸ ਦੀ ਜਿਹੜਾ ਸਿਕਿਉਰਿਟੀ ਹੁੰਦਾ ਆ ਉਹ ਇੱਕ ਬਹੁਤ ਵੱਡਾ ਫੈਕਟ ਹੁੰਦਾ ਆ। ਜਿਹੜੇ ਬੱਚੇ ਇਸ ਇਲਾਕੇ ਤੋਂ ਬਾਹਰ ਦੂਰ ਦੁਰਾਡੇ ਨੋਇਡਾ ਜਾਂ ਚੰਡੀਗੜ੍ਹ ਜਾਂ ਇਸ ਤੋਂ ਵੀ ਦੂਰਲੇ ਜਿਹੜੇ ਬਾਹਰਲੇ ਸੂਬਿਆਂ ਵਿੱਚ ਨੌਕਰੀਆਂ ਕਰ ਰਹੇ ਸੀ, ਅਤੇ ਉਹ ਬਹੁਤ ਅਪਰੋਚ ਕਰ ਰਹੇ ਆ ਕਿ ਸਾਨੂੰ ਵੀ ਖੁਸ਼ੀ ਹੋਈ ਆ ਕਿ ਇਸ ਨਵਾਂ ਸ਼ਹਿਰ ਦੇ ਵਿੱਚ ਇੱਕ BPO ਤਰ੍ਹਾਂ ਦੀ ਕੰਪਨੀ ਜਿਹੜੀ ਆ ਬਣੀ ਆ ਅਤੇ ਅਸੀਂ ਉਹਦੇ ਵਿੱਚ ਨੌਕਰੀ ਕਰਨਾ ਚਾਹੁੰਦੇ ਹਾਂ। ਸਪੈਸੀਫਿਕ ਡਿਗਰੀ ਨਹੀਂ ਅਸੀਂ ਰਿਕੁਆਇਰਡ ਕਰਦੇ, ਸਾਨੂੰ ਕੰਮ ਚਾਹੀਦਾ। ਔਰ ਸਾਡੇ ਕੋਲ ਬੱਚੇ ਜਿਹੜੇ ਆ ਰਹੇ ਅਸੀਂ ਉਹਨਾਂ ਨੂੰ ਟ੍ਰੇਨਿੰਗ ਪ੍ਰੋਵਾਈਡ ਕਰਵਾ ਰਹੇ ਹਾਂ। ਅਸੀਂ ਇੱਥੇ ਟ੍ਰੇਨਿੰਗ ਸੈਂਟਰ ਵੀ ਖੋਲ੍ਹਾਂਗੇ ਤਾਂ ਕਿ ਪਿੱਛੇ ਅਸੀਂ ਲਾਈਨ ਅਪ ਕਰਦੇ ਜਾਵਾਂਗੇ ਜਿਹੜੇ ਬੱਚੇ ਆ ਵੀ ਉਹ ਸਾਡੇ ਕੰਮ ਲਈ ਤਿਆਰ ਹੋਣ। ਜਿੰਨੇ ਵੀ ਇਹ ਬੱਚੇ ਇੱਥੇ ਕੰਮ ਕਰ ਰਹੇ ਆ ਮੋਸਟਲੀ ਇਹ ਨਵਾਂ ਸ਼ਹਿਰ ਤੇ 10-15 ਕਿਲੋਮੀਟਰ ਰੇਡੀਅਸ ਤੋਂ ਹੀ ਹਨ। ਔਰ ਹੁਣ ਜਿਹੜੀ ਅਸੀਂ ਪਿਛਲੇ ਲਾਸਟ ਜਿਹੜੀ ਅਸੀਂ ਇੰਟਰਵਿਊ ਕੰਡਕਟ ਕੀਤੀ ਸੀ ਉਹਦੇ ਵਿੱਚ ਬਹੁਤ ਦੂਰੋਂ ਦੂਰੋਂ ਪੰਜਾਬ ਤੋਂ ਬੱਚੇ ਆਏ ਔਰ ਬਹੁਤ ਹੀ ਹਾਈ ਜਿਹੜੇ ਉਹਨਾਂ ਦੀ ਜਿਹੜਾ ਕੈਲੀਬਰ ਸੀ ਉਹਨਾਂ ਦਾ ਔਰ ਜਿਹੜੀ ਪੜ੍ਹਾਈ ਸੀ ਵੀ ਉਹ ਕਾਫੀ ਹਾਈ ਲੈਵਲ ਦੀ ਸੀ। ਔਰ ਸਾਨੂੰ ਵੀ ਖੁਸ਼ੀ ਹੋਈ ਆ ਕਿ ਅਸੀਂ ਇਹਨਾਂ ਬੱਚਿਆਂ ਦੇ ਆਪਣੇ ਇਲਾਕੇ ਦੇ ਵਿੱਚ ਅਸੀਂ ਸਹਾਈ ਹੋ ਰਹੇ ਇੱਕ ਚੀਜ਼ ਨੂੰ ਅਸੀਂ ਪ੍ਰਚਾਰੀ ਜਾ ਰਹੇ ਹਾਂ ਕਿ ਪੰਜਾਬ 'ਚ ਨੌਜਵਾਨੀ ਨਹੀਂ ਰਹਿਣੀ, ਪੰਜਾਬ ਦੇ ਵਿੱਚ ਪ੍ਰਵਾਸ ਹੋ ਰਿਹਾ ਆ, ਉਹਦਾ ਰੋਕ ਲਈ ਕੀ ਹੱਲ ਕੀ ਆ। ਸਾਡੇ ਜਿਹੜੇ ਇੱਥੇ ਦੇ ਪੋਲੀਟੀਸ਼ੀਅਨ ਜਾਂ ਜਿਹੜੇ ਉਹਨਾਂ ਨੂੰ ਵੀ ਇੱਕ ਇਹ ਸੋਚਣਾ ਪਵੇਗਾ ਕਿ ਅਸੀਂ ਪ੍ਰਵਾਸ ਕਿਵੇਂ ਰੋਕ ਸਕਦੇ ਹਾਂ। ਪ੍ਰਵਾਸ ਰੋਕਣ ਦੇ ਲਈ ਇੱਕੋ ਹੀ ਹੱਲ ਆ ਵੀ ਜਿੰਨਾ ਅਸੀਂ NRI ਬਾਹਰ ਜਾ ਕੇ ਬੈਠੇ ਹਾਂ ਉਹ ਆਪਣੇ ਪਿੰਡਾਂ ਦੇ ਵਿੱਚ ਆਪਣੇ ਇਲਾਕਿਆਂ ਦੇ ਵਿੱਚ ਬੱਚਿਆਂ ਦੀ ਯੋਗਤਾ ਦੇ ਅਨੁਸਾਰ ਔਰ ਉਹਨਾਂ ਦੇ ਕੰਮ ਦੇ ਅਨੁਸਾਰ ਇੱਥੇ ਨੌਕਰੀਆਂ ਲਈ ਉਤਸ਼ਾਹਿਤ ਕਰਨਾ।
ਬੇਸਿਕਲੀ ਤਾਂ ਇਸ ਕੰਪਨੀ ਦੀ ਸਾਰੀ ਜਿਹੜੀ ਓਵਰਆਲ ਟੀਮ ਐਲੋਕੇਸ਼ਨ ਹੈ, ਕੰਮ ਦੀ ਰਿਸਪੌਂਸਿਬਿਲਟੀ ਦੇਣਾ, ਟ੍ਰੇਨਿੰਗ ਦੇਣਾ, ਸੋ ਵਨ ਆਫ ਅ ਹੈਲਪਿੰਗ ਹੈਂਡ ਤੁਸੀਂ ਕਹਿ ਸਕਦੇ ਹੋ ਵੀ ਮੈਂ ਹਰ ਚੀਜ਼ 'ਚ ਬਰਾਬਰ ਦੀ ਭਾਗੀਦਾਰ ਹਾਂ। ਸੋ ਕੋਸ਼ਿਸ਼ ਕਰੀਦੀ ਹੈ ਕਿ ਹਰ ਡਿਪਾਰਟਮੈਂਟ ਸਟਰੀਮਲਾਈਨ ਕਰ ਸਕੀਏ ਅਸੀਂ। ਤੋ ਜਿਹੜਾ ਆਪਰੇਸ਼ਨ ਹੈ ਇਸ ਕੰਪਨੀ ਦਾ, ਉਹ ਸਾਰਾ ਹੀ ਦੇਖ ਰੇਖ ਜੋ ਕਰਨੀ ਹੈ ਉਹਦਾ ਧਿਆਨ ਰੱਖਿਆ ਜਾਂਦਾ। ਸ਼ਹਿਰ 'ਚ ਰਹਿ ਕੇ ਵੈਸੇ ਪਿੰਡ ਤਾਂ ਮੈਂ ਕਦੀ ਛੱਡਿਆ ਨਹੀਂ ਸੀ, ਦਿਲ ਦੇ ਵਿੱਚ ਪਿੰਡ ਤਾਂ ਹਮੇਸ਼ਾ ਸੀਗਾ ਹੀ ਮੇਰਾ। ਤੇ ਹੁਣ ਇੱਕ ਕਾਰਨ ਮਿਲ ਗਿਆ, ਇੱਕ ਵਜ੍ਹਾ ਮਿਲ ਗਈ, ਤੇ ਖੁਸ਼ੀ ਹੋਰ ਵੀ ਜ਼ਿਆਦਾ ਹੈਗੀ ਹੈ ਤੇ ਫਖਰ ਮਹਿਸੂਸ ਹੁੰਦਾ ਕਿ ਅਸੀਂ ਇਸ ਚੀਜ਼ ਦਾ ਹਿੱਸਾ ਹੈਗੇ। Of course their reaction was like, what, ਪਿੰਡ ਜਾਣਾ? ਤੇ they were like, what will you do there? What options do you have? You have a good career in Delhi and then you're going back to ਪਿੰਡ, you have to start from square one. ਮੇਰਾ ਮੇਨ ਰੋਲ ਹੈ ਕਲੈਕਸ਼ਨ ਏਜੰਟ ਦਾ ਹੈ, ਜੋ ਵੀ ਇੱਕ ਤਰ੍ਹਾਂ ਆਪਾਂ ਪਹਿਲਾਂ ਮੈਂਸ਼ਨ ਕੀਤਾ ਕਿ ਫਾਈਨੈਂਸ ਦਾ ਕੰਮ ਹੈ ਇੱਕ ਤਰ੍ਹਾਂ, ਉਸ ਤੋਂ ਕਿਸੇ ਤਰ੍ਹਾਂ ਉਹ ਵਾਪਸ ਵੀ ਪੈਸੇ ਬਣਾਉਣੇ ਹੁੰਦੇ ਆ। ਅਤੇ ਇਸ ਲਈ ਜੋ ਵੀ ਆਪਾਂ ਪੇਮੈਂਟ ਪਹਿਲਾਂ ਇੰਸਟੈਂਟ ਪੇ ਕਰਦੇ ਹਾਂ, ਤਾਂ ਉਸ ਤੋਂ ਬਾਅਦ ਆਪਾਂ ਜੋ ਬੈਕ ਕਰਨਾ, ਤਾਂ ਉਹ ਮੇਨ ਰੋਲ ਮੇਰਾ ਹੈ ਐਜ਼ ਕਲੈਕਸ਼ਨ ਏਜੰਟ ਸਰ ਵਰਕ ਕਰਦਾ। ਮੈਂ ਇਹ ਜਦੋਂ ਲੈਂਡ ਬਾਏ ਕੀਤੀ ਨਾ 2 ਸਾਲ ਪਹਿਲਾਂ, ਤੇ ਕਰਨਲ ਸਾਹਿਬ ਆ ਚੰਡੀਗੜ੍ਹ ਤੋਂ, ਤੇ ਉਹਨਾਂ ਨੇ ਮੈਨੂੰ ਕਿਹਾ ਵੀ ਬਰਜਿੰਦਰ ਵੀ ਇਹ ਜਿਹੜੀ ਜ਼ਮੀਨ ਹੈ ਨਾ, ਅਸੀਂ ਇਹਦੇ 'ਚ ਬਹੁਤ ਵਧੇ ਫੁੱਲੇ। ਤੇ ਮੈਂ ਉਹਨਾਂ ਨੂੰ ਕਿਹਾ ਜੀ ਮੈਂ ਵੀ ਕੋਸ਼ਿਸ਼ ਕਰੂੰਗਾ ਵੀ ਇਹ ਜ਼ਮੀਨ ਸਾਨੂੰ ਵੀ ਬਹੁਤ ਤਰੱਕੀਆਂ ਬਖਸ਼ੇ। ਤੇ ਮੈਂ ਉਹਨਾਂ ਨੂੰ ਲਾਸਟ ਵੀਕ ਕਾਲ ਕੀਤੀ, ਮੈਂ ਕਿਹਾ ਕਰਨਲ ਸਾਹਿਬ ਆ ਕੇ ਆਪਣੀ ਜ਼ਮੀਨ ਦੇਖੇ ਜਾਓ, ਵੀ ਤੁਹਾਨੂੰ ਹੋਰ ਵੀ ਖੁਸ਼ੀ ਹੋਊਗੀ ਵੀ ਜਿਹੜੀ ਤੁਹਾਡੀ ਬਜ਼ੁਰਗਾਂ ਦੀ ਪੁਰਖਿਆਂ ਦੀ ਜ਼ਮੀਨ ਸੀ, ਉਹਦੇ ਵਿੱਚ ਅੱਜ ਇੱਕ ਬੜੇ ਵਧੀਆ ਤਰੀਕੇ ਨਾਲ ਜਿਹੜਾ ਦਫ਼ਤਰ ਬਣਿਆ ਔਰ ਰੁਜ਼ਗਾਰ ਦਾ ਸਾਧਨ ਪੈਦਾ ਹੋਇਆ। ਹਰ ਇੱਕ ਮਾਪਿਆਂ ਦਾ ਇਹ ਸੁਪਨਾ ਹੁੰਦਾ ਹੈ ਕਿ ਉਹਨਾਂ ਦੇ ਬੱਚੇ ਚੰਗੀ ਸਿੱਖਿਆ ਪ੍ਰਾਪਤ ਕਰਨ ਔਰ ਚੰਗੀ ਸਿੱਖਿਆ ਲੈਣ ਤੋਂ ਬਾਅਦ ਉਹਨਾਂ ਨੂੰ ਚੰਗਾ ਰੁਜ਼ਗਾਰ ਵੀ ਮਿਲੇ। ਪਰ ਮੌਜੂਦਾ ਹਾਲਾਤ ਕੁਝ ਅਜਿਹੇ ਬਣ ਗਏ ਨੇ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਲਈ ਵਿਦੇਸ਼ਾਂ ਦੇ ਲਈ ਜਾਂ ਫਿਰ ਆਪਣੇ ਸ਼ਹਿਰ ਨੂੰ ਛੱਡ ਕੇ ਬਾਹਰਲੇ ਸੂਬਿਆਂ ਦੇ ਵਿੱਚ ਰੁਜ਼ਗਾਰ ਦੇ ਲਈ ਜਾਣਾ ਪੈਂਦਾ ਹੈ। ਖਾਸ ਤੌਰ ਦੇ ਉੱਤੇ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਅਜਿਹੇ ਕਿੰਨੇ ਹੀ ਵਿਦਿਆਰਥੀ ਨੇ ਜਿਹੜੇ ਰੁਜ਼ਗਾਰ ਦੇ ਚੱਕਰਾਂ ਦੇ ਵਿੱਚ ਪੰਜਾਬ ਤੋਂ ਬਾਹਰ ਜਾ ਕੇ ਨੌਕਰੀਆਂ ਕਰਦੇ ਨੇ। ਪਰ ਇਸ ਵੇਲੇ ਅਸੀਂ ਜਿਸ ਥਾਂ ਦੇ ਉੱਤੇ ਮੌਜੂਦ ਹਾਂ, ਸਾਡੇ ਠੀਕ ਪਿਛਲੇ ਪਾਸੇ ਇੱਕ ਅਮਰੀਕਨ ਕੰਪਨੀ ਹੈ। ਅਮਰੀਕਨ ਕੰਪਨੀ ਦੀ ਬ੍ਰਾਂਚ ਹੈ ਜਿੱਥੇ ਪੰਜਾਬ ਦੇ ਵਿੱਚ ਹੀ ਰਹਿ ਕੇ ਜੋ ਨੌਜਵਾਨ ਨੇ ਉਹ ਨੌਕਰੀ ਕਰ ਰਹੇ ਨੇ, ਆਪਣੇ ਘਰ ਦੇ ਨਾਲ ਜੁੜੇ ਹੋਏ ਨੇ। ਔਰ ਜੇਕਰ ਇਹਨਾਂ ਦੀ ਤਨਖਾਹਾਂ ਦੀ ਵੀ ਗੱਲ ਕਰੀਏ ਤਾਂ ਇਹਨਾਂ ਦੀਆਂ ਤਨਖਾਹਾਂ ਵੀ ਵਿਦੇਸ਼ੀ ਕੰਪਨੀਆਂ ਦੇ ਬਰਾਬਰ ਨੇ। ਕੌਣ ਹੈ ਇਸ ਕੰਪਨੀ ਦਾ ਮਾਲਿਕ? ਕਿਸ ਸੋਚ ਦੇ ਨਾਲ ਇਹਨਾਂ ਨੇ ਪੰਜਾਬ ਦੇ ਪਿੰਡ ਦੇ ਵਿੱਚ ਹੀ ਇਹ ਕੰਪਨੀ ਖੋਲ੍ਹੀ ਹੈ ਔਰ ਕਿਵੇਂ ਹੁਣ ਬੱਚਿਆਂ ਨੂੰ ਰੁਜ਼ਗਾਰ ਦੇ ਰਹੇ ਨੇ, ਆਓ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ ਬਰਜਿੰਦਰ ਸਿੰਘ ਉਹਨਾਂ ਦੇ ਨਾਲ। ਤਾਂ ਪੰਜਾਬ ਦਾ ਹੀ ਇਹ ਪਿੰਡ ਹੈ, ਨਵਾਂ ਸ਼ਹਿਰ ਦੇ ਵਿੱਚ ਸਲੋ ਪਿੰਡ ਪੈਂਦਾ ਹੈ ਔਰ ਇੱਥੇ ਹੀ ਇਸ ਕੰਪਨੀ ਨੂੰ ਖੋਲ੍ਹਿਆ ਗਿਆ ਔਰ ਜਿਨ੍ਹਾਂ ਨੇ ਇਸ ਦਾ ਜ਼ਿੰਮਾ ਲਿੱਤਾ ਹੈ। ਸਾਡੇ ਨਾਲ ਮੌਜੂਦ ਨੇ ਬਰਜਿੰਦਰ ਜੀ। ਬਰਜਿੰਦਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋ ਪੰਜਾਬ ਟੀਵੀ ਤੇ। ਪਹਿਲਾਂ ਤਾਂ ਸਾਰੇ ਪ੍ਰੋ ਪੰਜਾਬ ਦੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਰਜਿੰਦਰ ਜੀ, ਕਿਵੇਂ ਜ਼ਿਹਨ ਦੇ ਵਿੱਚ ਆਇਆ ਕਿ ਪੰਜਾਬ ਦੇ ਪਿੰਡ ਦੇ ਵਿੱਚ ਹੀ ਅਮਰੀਕਨ ਕੰਪਨੀ ਦੀ ਬ੍ਰਾਂਚ ਖੋਲ੍ਹਣੀ ਹੈ ਔਰ ਨੌਜਵਾਨਾਂ ਨੂੰ ਇੱਥੇ ਹੀ ਰੁਜ਼ਗਾਰ ਦੇਣਾ ਹੈ? ਕਿਉਂਕਿ ਮੈਂ ਜਿਵੇਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਕਿ ਬਹੁਤੇ ਨੌਜਵਾਨ ਅੱਜ ਦੀ ਟਾਈਮ ਦੇ ਵਿੱਚ ਪੰਜਾਬ ਛੱਡ ਕੇ ਵਿਦੇਸ਼ਾਂ ਨੂੰ ਜ਼ਿਆਦਾ ਰੁਖ ਕਰਦੇ ਹੋਏ ਨਜ਼ਰ ਆ ਰਹੇ ਨੇ ਜਾਂ ਫਿਰ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਵਿੱਚ ਜਾ ਕੇ ਰੁਜ਼ਗਾਰ ਪ੍ਰਾਪਤ ਕਰ ਰਹੇ। ਜਿਹਨ ਦੇ ਵਿੱਚ ਇਸ ਕਰਕੇ ਕਿ ਇਸ ਵੇਲੇ ਜਿਹੜਾ ਇੱਕ ਟ੍ਰੈਂਡ ਆ, ਵੀ ਟ੍ਰੈਂਡ ਇਹ ਕਹਿੰਦਾ ਵੀ ਹਰ ਬੱਚਾ ਜਿਹੜਾ +2 ਕਰ ਰਿਹਾ ਆ ਕਿ ਮੈਂ ਆਸਟ੍ਰੇਲੀਆ, ਨਿਊਜ਼ੀਲੈਂਡ ਜਾਂ ਕੈਨੇਡਾ ਜਾਂ ਯੂਰਪ ਦੇ ਕੰਟਰੀ ਜਾਣਾ ਆ। ਔਰ ਸ਼ਾਇਦ ਇਹ ਉਹਨਾਂ ਦੇ ਵਾਸਤੇ ਵੀ ਗੱਲ ਨਹੀਂ ਹੈਗੀ। ਹਰ ਬੱਚੇ ਨੂੰ ਇਹ ਮਹਿਸੂਸ ਹੁੰਦਾ ਆ ਕਿ ਮੇਰਾ ਭਵਿੱਖ ਹੈਗਾ ਇੱਥੇ ਨਹੀਂ ਹੈਗਾ, ਕਿਉਂਕਿ ਜੌਬ ਉਸ ਤਰੀਕੇ ਨਾਲ ਨਹੀਂ ਹੈਗੀਆਂ। ਅਤੇ ਜਦੋਂ ਅਸੀਂ ਇਹ ਕੰਪਨੀ ਸਟਾਰਟਅਪ ਕਰਨ ਲੱਗੇ ਹਾਂ ਤੇ ਅਸੀਂ ਇਹੀ ਸੋਚਿਆ ਕਿ ਅਸੀਂ ਆਪਣੀ ਜ਼ਿੰਮੇਵਾਰੀਆਂ ਸਮਝਦੇ ਹੋਏ ਆਪਣੇ ਇਲਾਕੇ ਦੇ ਵਿੱਚ ਜਿੰਨਾ ਵੀ ਵੱਧ ਤੋਂ ਵੱਧ ਰੁਜ਼ਗਾਰ ਨੂੰ ਸਥਾਪਿਤ ਕਰ ਸਕਦੇ ਹਾਂ, ਅਤੇ ਉਹਨਾਂ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਵੀ ਅਸੀਂ ਅਮਰੀਕਾ ਦੇ ਵਿੱਚ ਹਰਜਸ ਫਾਈਨੈਂਸ਼ੀਅਲ ਨਾਂ ਦੀ ਕੰਪਨੀ, ਜਿਹਨੂੰ ਫੈਕਟਰਿੰਗ ਕਹਿੰਦੇ ਆ, ਉਹ ਅਸੀਂ ਜਦੋਂ ਸ਼ੁਰੂਆਤ ਕਰਨ ਲੱਗੇ ਤੇ ਸਾਡੀ ਸਾਰੀ ਜਿਹੜੀ ਮੀਟਿੰਗ ਹੋਈ ਉਹਦੇ ਵਿੱਚ ਅਸੀਂ ਇੱਕ ਚੀਜ਼ ਫਾਈਨਲਾਈਜ਼ ਕੀਤੀ ਕਿ ਅਸੀਂ ਆਫਿਸ ਨਵਾਂ ਸ਼ਹਿਰ ਦੇ ਵਿੱਚ ਹੀ ਖੋਲਾਂਗੇ। ਅਤੇ ਸਾਨੂੰ ਚੈਲੰਜ ਜਦੋਂ ਸਾਡੀ ਮੁੱਢਲੀ ਟੀਮ ਜਦੋਂ ਇਹ ਗੱਲਬਾਤ ਕਰ ਰਹੀ ਸੀ ਅਤੇ ਉਹ ਇਹ ਕਹਿ ਰਹੇ ਸੀ ਕਿ ਸ਼ਾਇਦ ਆਪਾਂ ਨੂੰ ਇੱਥੇ ਉਹ ਕੈਲੀਬਰ ਦੇ ਬੱਚੇ ਨਹੀਂ ਮਿਲੂਗੇ ਜਿਹੜੇ ਸਾਨੂੰ ਚੰਡੀਗੜ੍ਹ, ਮੋਹਾਲੀ ਜਾਂ ਖਰੜ ਮਿਲ ਸਕਦੇ ਆ। ਪਰ ਅੱਜ ਸਾਨੂੰ ਇਸ ਮਾਣ ਵੀ ਮਹਿਸੂਸ ਹੁੰਦਾ ਆ ਔਰ ਖੁਸ਼ੀ ਵੀ ਹੁੰਦੀ ਆ ਜਿਹੜੇ ਬੱਚੇ ਇਸ ਇਲਾਕੇ ਤੋਂ ਬਾਹਰ ਦੂਰ ਦੁਰਾਡੇ, ਨੋਇਡਾ
ਜਾਂ ਚੰਡੀਗੜ੍ਹ ਜਾਂ ਇਸ ਤੋਂ ਵੀ ਦੂਰਲੇ ਜਿਹੜੇ ਬਾਹਰਲੇ ਸੂਬਿਆਂ ਵਿੱਚ ਨੌਕਰੀਆਂ ਕਰ ਰਹੇ ਸੀ, ਤੇ ਉਹ ਬਹੁਤ ਅਪਰੋਚ ਕਰ ਰਹੇ ਆ ਕਿ ਸਾਨੂੰ ਵੀ ਖੁਸ਼ੀ ਹੋਈ ਆ ਕਿ ਇਸ ਨਵਾਂ ਸ਼ਹਿਰ ਦੇ ਵਿੱਚ ਇੱਕ BPO ਤਰ੍ਹਾਂ ਦੀ ਕੰਪਨੀ ਜਿਹੜੀ ਆ ਬਣੀ ਆ, ਤੇ ਅਸੀਂ ਉਹਦੇ ਵਿੱਚ ਨੌਕਰੀ ਕਰਨਾ ਚਾਹੁੰਦੇ ਆ। ਬਲਜਿੰਦਰ ਜੀ, ਸਭ ਤੋਂ ਪਹਿਲਾਂ ਤਾਂ ਇਸ ਕੰਪਨੀ ਬਾਰੇ ਜ਼ਰੂਰ ਸਮਝਾਉਣ ਦੀ ਕੋਸ਼ਿਸ਼ ਕਰਿਓ ਕਿ ਸਟਰਕਚਰ ਕੀ ਹੈ ਕੰਪਨੀ ਦਾ ਔਰ ਕਿਵੇਂ ਇੱਥੇ ਰਿਕਰੂਟਮੈਂਟ ਕੀਤੀ ਗਈ ਹੈ, ਕਿਸ ਬੈਕਗ੍ਰਾਉਂਡ ਦੇ ਬੱਚਿਆਂ ਨੂੰ ਇੱਥੇ ਰੱਖਿਆ ਗਿਆ, ਕੀ ਇਸ ਦੇ ਵਿੱਚ ਰਿਕੁਆਇਰਮੈਂਟਸ ਨੇ, ਕੀ ਉਹਨਾਂ ਦੀ ਕੁਆਲੀਫਿਕੇਸ਼ਨ। ਜਿਹੜੀ ਸਾਡੀ ਟੀਮ ਆ, ਕਿਰਨਜੀਤ ਕੌਰ, ਹਰਪ੍ਰੀਤ ਸਿੰਘ, ਤੇ ਇਸ ਪਾਸੇ ਕਮਲਜੀਤ ਸਿੰਘ ਤੇ ਮਨਕਿਰਨ ਕੌਰ। ਮੈਂ ਤੁਹਾਨੂੰ ਇੱਥੇ ਦੱਸਣਾ ਚਾਹਾਂਗਾ ਕਿ ਮਨਕਿਰਨ ਕੌਰ ਦਿੱਲੀ ਤੋਂ ਬਿਲੋਂਗ ਕਰਦੇ, ਕਮਲ ਸਿੰਘ ਚੰਡੀਗੜ੍ਹ, ਔਰ ਕਿਰਨਜੀਤ ਕੌਰ ਵੀ ਚੰਡੀਗੜ੍ਹ, ਔਰ ਹਰਪ੍ਰੀਤ ਸਿੰਘ ਬਿਲਕੁਲ ਨਾਲ ਦੇ ਪਿੰਡ ਪੁੰਨੂ ਮਜਾਰਾ ਤੋਂ। ਕਿਉਂਕਿ ਇਹੀ ਸਾਡਾ ਜਿਹੜਾ ਇੱਕ ਬੇਸਿਕ ਸਾਡਾ ਸਟਰਕਚਰ, ਜਿਹੜਾ ਸ਼ੁਰੂਆਤ ਜਿਹੜੀ ਟੀਮ ਅਸੀਂ ਇਹ ਬਿਲਡਅਪ ਕੀਤੀ। ਔਰ ਜਿਹੜੇ ਹੁਣ ਬੱਚੇ ਜਿਹੜੇ ਆਏ ਆ ਉਹ ਸਾਰੇ ਮੋਸਟਲੀ ਇਸ ਇਲਾਕੇ ਦੇ ਸਕੂਲਾਂ 'ਚ ਹੀ ਪੜ੍ਹੇ ਆ। ਸਾਡੀ ਕੋਈ ਐਡੀ ਰਿਕੁਆਇਰਮੈਂਟ ਨਹੀਂ ਹੈਗੀ ਵੀ ਉਹਨੇ ਕੀ ਡਿਗਰੀ ਕੀਤੀ ਹੋਵੇ, ਪਰ ਸਾਡਾ ਇਹ ਹੈ ਕਿ ਹਰ ਬੱਚਾ ਕੰਪਿਊਟਰ ਦੀ ਬੇਸਿਕ ਨੌਲੇਜ ਔਰ ਉਹਦੀ ਫਾਈਨੈਂਸ ਬੈਕਗਰਾਊਂਡ ਹੋਵੇ ਤੇ ਇੰਗਲਿਸ਼ ਸਕਿੱਲ ਹੋਵੇ, ਕਿਉਂਕਿ ਆਲ ਦਾ ਕਮਿਊਨੀਕੇਸ਼ਨ ਜਿਹੜਾ ਹੋਣਾ ਉਹ ਫਿਰ ਇੰਗਲਿਸ਼ ਵਿੱਚ ਹੀ ਹੋਊਗਾ। ਤੇ ਜਿਹੜੀ ਸਪੈਸੀਫਿਕ ਡਿਗਰੀ ਨਹੀਂ ਅਸੀਂ ਰਿਕੁਆਇਰਡ ਕਰਦੇ, ਸਾਨੂੰ ਕੰਮ ਚਾਹੀਦਾ। ਔਰ ਸਾਡੇ ਕੋਲ ਬੱਚੇ ਜਿਹੜੇ ਆ ਰਹੇ, ਅਸੀਂ ਉਹਨਾਂ ਨੂੰ ਟ੍ਰੇਨਿੰਗ ਪ੍ਰੋਵਾਈਡ ਕਰਵਾ ਰਹੇ ਹਾਂ। ਅਸੀਂ ਇੱਥੇ ਟ੍ਰੇਨਿੰਗ ਸੈਂਟਰ ਵੀ ਖੋਲਾਂਗੇ ਤਾਂ ਕਿ ਪਿੱਛੇ ਅਸੀਂ ਲਾਈਨ ਅਪ ਕਰਦੇ ਜਾਵਾਂਗੇ ਜਿਹੜੇ ਬੱਚੇ ਆ ਵੀ ਉਹ ਸਾਡੇ ਕੰਮ ਲਈ ਤਿਆਰ ਹੋਣ। ਸ਼ਾਇਦ ਇਹ ਵੀ ਕਾਰਨ ਹੀ ਹੈ ਕਿ ਪੰਜਾਬ ਦੇ ਵਿੱਚ ਬਹੁਤਿਆਂ ਨੂੰ ਰੋਜ਼ਗਾਰ ਨਹੀਂ ਮਿਲਦਾ, ਕਿਉਂਕਿ ਇੱਥੇ ਉਹ ਡਿਗਰੀਆਂ ਦੇ ਚੱਕਰਾਂ ਦੇ ਵਿੱਚੋਂ ਹੀ ਨਹੀਂ ਰਿਕਰੂਟਰਸ ਜਾਂ ਕਹਿ ਲਓ ਕੰਪਨੀਆਂ ਬਾਹਰ ਨਿਕਲਦੀਆਂ, ਕਹਿੰਦੇ ਕਿ ਡਿਗਰੀ ਹੋਣੀ ਜ਼ਰੂਰੀ ਹੈ ਤਾਂ ਹੀ ਤੁਹਾਨੂੰ ਰੋਜ਼ਗਾਰ ਮਿਲੂਗਾ। ਔਰ ਬੱਚੇ ਫਿਰ ਵਿਦੇਸ਼ ਜਾਂਦੇ ਨੇ ਤਾਂ ਵਿਦੇਸ਼ ਜਾ ਕੇ ਉਹਨਾਂ ਨੂੰ ਰੋਜ਼ਗਾਰ ਲੱਭਣਾ ਵੀ ਸੌਖਾ ਹੋ ਜਾਂਦਾ ਔਰ ਉਹਨਾਂ ਨੂੰ ਨੌਕਰੀਆਂ ਵੀ ਛੇਤੀ ਮਿਲ ਜਾਂਦੀਆਂ। ਜੀ ਬਿਲਕੁਲ। ਔਰ ਮੇਰੇ ਖਿਆਲ 'ਚ ਅਮਰੀਕਾ ਦੇ ਵਿੱਚ ਵੀ ਜਦੋਂ ਅਸੀਂ ਵਰਕ ਕਲਚਰ ਦੇਖਦੇ ਹਾਂ, ਡਿਗਰੀ ਜ਼ਰੂਰੀ ਆ, ਪਰ ਉੱਥੇ ਫਿਰ ਵੀ ਜਿਹੜੀ ਇੰਪੋਰਟੈਂਸ ਦਿੱਤੀ ਜਾਂਦੀ ਆ ਉਹ ਬੱਚੇ ਦੇ ਕੰਮ ਨੂੰ ਦਿੱਤੀ ਜਾਂਦੀ ਹੈ, ਐਕਸਪੀਰੀਅੰਸ ਨੂੰ ਦਿੱਤੀ ਜਾਂਦੀ ਹੈ। ਸੋ ਅਸੀਂ ਵੀ ਉਸੇ ਪੈਟਰਨ ਦੇ ਤਹਿਤ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਬੱਚੇ ਸਾਡੇ ਇੱਥੇ ਲੋਕਲ, ਜਿੰਨੇ ਵੀ ਇਹ ਬੱਚੇ ਇੱਥੇ ਕੰਮ ਕਰ ਰਹੇ ਆ, ਮੋਸਟਲੀ ਇਹ ਨਵਾਂ ਸ਼ਹਿਰ ਤੇ 10-15 ਕਿਲੋਮੀਟਰ ਰੇਡੀਅਸ ਤੋਂ ਹੀ ਹਨ। ਔਰ ਹੁਣ ਜਿਹੜੀ ਅਸੀਂ ਪਿਛਲੇ ਲਾਸਟ ਜਿਹੜੀ ਅਸੀਂ ਇੰਟਰਵਿਊ ਕੰਡਕਟ ਕੀਤੀ ਸੀ, ਉਹਦੇ ਵਿੱਚ ਬਹੁਤ ਦੂਰੋਂ ਪੰਜਾਬ ਤੋਂ ਬੱਚੇ ਆਏ ਔਰ ਬਹੁਤ ਹੀ ਹਾਈ ਜਿਹੜੇ ਉਹਨਾਂ ਦੀ ਜਿਹੜਾ ਕੈਲੀਬਰ ਸੀ ਉਹਨਾਂ ਦਾ, ਔਰ ਜਿਹੜੀ ਪੜ੍ਹਾਈ ਸੀ ਵੀ ਉਹ ਕਾਫੀ ਹਾਈ ਲੈਵਲ ਦੀ ਸੀ। ਔਰ ਸਾਨੂੰ ਵੀ ਖੁਸ਼ੀ ਹੋਈ ਆ ਕਿ ਅਸੀਂ ਇਹਨਾਂ ਬੱਚਿਆਂ ਦੇ ਆਪਣੇ ਇਲਾਕੇ ਦੇ ਵਿੱਚ ਅਸੀਂ ਸਹਾਈ ਹੋ ਰਹੇ, ਉਹਨਾਂ ਦੇ ਕੰਮ ਦੇ ਅਨੁਸਾਰ, ਸੋਚ ਦੇ ਅਨੁਸਾਰ ਅਸੀਂ ਕੰਮ ਕਰਨ ਦਾ ਸੋਚ ਰਹੇ ਹਾਂ। ਦੇਖੋ, ਅਸੀਂ ਪ੍ਰਵਾਸ ਬਹੁਤ ਇੱਕ ਪ੍ਰਚਲਿਤ ਹੋ ਗਿਆ ਵੀ ਪੰਜਾਬ ਦੇ ਵਿੱਚ ਪ੍ਰਵਾਸ ਹੋ ਰਿਹਾ, ਔਰ ਮੈਂ ਵੀ ਉਸ ਪ੍ਰਵਾਸ ਦਾ ਹਿੱਸਾ ਆ। ਮੈਂ 1996 'ਚ USA ਗਿਆ, ਪਰ ਮੈਂ ਆਪਣੀ ਜੜ ਦੇ ਨਾਲ ਲੱਗਾ ਰਿਹਾ ਔਰ ਉਹਦੇ ਤਹਿਤ ਹੀ ਜੋ ਅਸੀਂ ਇਹ ਦਫ਼ਤਰ ਬਣਾ ਰਹੇ ਹਾਂ। ਔਰ ਜਿਹੜਾ ਅਲਟੀਮੇਟਲੀ ਜਿਹੜਾ ਜਦੋਂ ਆਪਾਂ ਕਿਸੇ ਚੀਜ਼ ਨੂੰ, ਇੱਕ ਚੀਜ਼ ਨੂੰ ਅਸੀਂ ਪ੍ਰਚਾਰੀ ਜਾ ਰਹੇ ਹਾਂ ਕਿ ਪੰਜਾਬ 'ਚ ਨੌਜਵਾਨੀ ਨਹੀਂ ਰਹਿਣੀ, ਪੰਜਾਬ ਦੇ ਵਿੱਚ ਪ੍ਰਵਾਸ ਹੋ ਰਿਹਾ ਆ, ਉਹਦਾ ਰੋਕ ਲਈ ਕੀ ਹੱਲ ਕੀ ਆ? ਸਾਡੇ ਜਿਹੜੇ ਇੱਥੇ ਦੇ ਪੋਲੀਟੀਸ਼ੀਅਨ ਜਾਂ ਜਿਹੜੇ ਉਹਨਾਂ ਨੂੰ ਵੀ ਇੱਕ ਇਹ ਸੋਚਣਾ ਪਵੇਗਾ ਕਿ ਅਸੀਂ ਪ੍ਰਵਾਸ ਕਿਵੇਂ ਰੋਕ ਸਕਦੇ ਹਾਂ। ਇੱਕ ਇੰਡਸਟਰੀ ਹੁੰਦੀ ਪ੍ਰਾਈਵੇਟ ਇੰਡਸਟਰੀ, ਸਾਡੇ ਪੰਜਾਬ ਨੂੰ ਉਹਦਾ ਵੀ ਬਹੁਤ ਖਤਰਾ ਹੋ ਰਿਹਾ ਕਿਉਂਕਿ ਸਾਡੀ ਇੰਡਸਟਰੀ ਸਾਡੀ ਖੇਤੀ ਦੇ ਅਨੁਸਾਰ ਨਹੀਂ ਲੱਗ ਰਹੀ ਹੈਗੀ। ਜਿਹੜੀ ਵੀ ਇੰਡਸਟਰੀ ਲੱਗ ਰਹੀ ਆ ਉਹਦਾ ਐਂਡ ਕੀ ਹੁੰਦਾ ਆ? ਪੋਲੂਸ਼ਨ, ਸਾਡਾ ਪਾਣੀ ਖਰਾਬ ਹੋ ਰਿਹਾ, ਸਾਡਾ ਵਾਤਾਵਰਣ ਖਰਾਬ ਹੋ ਰਿਹਾ ਆ। ਸਾਡੀ ਇੰਡਸਟਰੀ ਉਸ ਤਰੀਕੇ ਦੇ ਨਾਲ ਨਹੀਂ ਲਾਈ ਗਈ। ਉਸ ਤੋਂ ਬਾਅਦ ਜਿਹੜਾ ਕਾਲ ਸੈਂਟਰ ਸੀ ਜਾਂ ਜਿਹੜੀ IT ਇੰਡਸਟਰੀ ਸੀ, 1996-97 ਦੇ ਵਿੱਚ ਜਿਹੜਾ ਹਿੰਦੁਸਤਾਨ ਦੇ ਵਿੱਚ IT ਇੰਡਸਟਰੀ ਦਾ ਬੂਮ ਆਇਆ, ਉਹ ਵੀ ਸਾਡੇ ਪੋਲੀਟਿਕਸ ਜਿਹੜੀ ਸੀ ਉਹਦੇ ਵਿੱਚ ਚੂਕ ਕਰ ਗਏ। ਚੂਕ ਕੀ ਕਰ ਗਏ ਕਿ ਉਹਨਾਂ ਨੇ ਉਸ ਤਰੀਕੇ ਦੇ ਨਾਲ ਬਾਹਰਲੀਆਂ ਵਿਦੇਸ਼ੀ ਕੰਪਨੀਆਂ ਨੂੰ ਰਾਬਤਾ ਨਹੀਂ ਕਰ ਸਕੇ। ਇਸੇ ਲਈ ਜਿਹੜਾ ਹੈਦਰਾਬਾਦ, ਬੈਂਗਲੌਰ, ਚੇਨਈ, ਉਹ ਇੰਨੇ ਵੱਡੇ ਪੱਧਰ ਤੇ ਆਪਣੀ IT ਇੰਡਸਟਰੀ ਨੂੰ ਲੈ ਗਏ ਕਿ ਅਸੀਂ ਉਸ ਲੈਵਲ ਨੂੰ ਸੋਚ ਵੀ ਨਹੀਂ ਸਕਦੇ। ਨਾਲ ਦੇ ਸੂਬੇ ਹਰਿਆਣਾ ਦੀ ਵੀ ਗੱਲ ਕਰ ਲਈਏ, ਗੁਰੂਗ੍ਰਾਮ ਦੇ ਵਿੱਚ ਵੀ ਵੱਡੇ ਪੱਧਰ ਦੇ ਉੱਤੇ ਉਹਨਾਂ ਨੇ ਇਸ ਨੂੰ ਪ੍ਰਵਾਸ ਦਿੱਤਾ। ਤੇ ਲੈਕ ਆਫ ਸਾਡੀ ਜਿਹੜੀ ਲੌਬਿੰਗ ਸੀ ਸਾਡੀ ਪੋਲੀਟਿਕਸ ਦੀ ਨਾ, ਉਹ ਨਹੀਂ ਹੋ ਸਕੀ। ਹੁਣ ਕੀ ਆ? ਹੁਣ ਸਾਡੇ ਕੋਲ ਬਚਿਆ ਇਹ ਆ ਕਿ ਅਸੀਂ ਪੰਜਾਬੀ ਲੋਕ ਹਜ਼ਾਰਾਂ ਨਹੀਂ ਲੱਖਾਂ ਦੀ ਤਾਦਾਦ ਵਿੱਚ ਵੈਲ ਸੈਟਲ ਹੋ ਚੁੱਕੇ ਆ ਉਹਨਾਂ ਮੁਲਕਾਂ ਦੇ ਵਿੱਚ ਜਿੱਥੇ ਹਰ ਬੱਚਾ ਜਾਣ ਨੂੰ ਤਰਸਦਾ ਆ ਵੀ ਮੇਰੀ ਉਹਦੀ ਇੱਕੋ ਹੀ ਇੱਕ ਟੀਚਾ ਆ ਕਿ ਮੈਂ ਕੈਨੇਡਾ ਜਾਂ ਆਸਟ੍ਰੇਲੀਆ ਜਾਂ ਯੂਰਪ ਵਿੱਚ ਚਲੇ ਜਾਵਾਂ, ਕਿਉਂਕਿ ਉਹਦਾ ਭਵਿੱਖ ਇੱਥੇ ਨਹੀਂ ਹੈਗਾ। ਇੱਥੇ ਭਵਿੱਖ ਤਾਂ ਹੀ ਬਣੂਗਾ ਜੇ ਘੱਟੋ ਘੱਟ
ਉਸ ਬੰਦੇ ਦਾ ਗੁਜ਼ਾਰਾ ਹੋਵੇ, ਉਨੀ ਕੁ ਤਨਖਾਹ ਮਿਲੇ। ਤੁਸੀਂ ਦੇਖੋ ਇੱਥੇ ਜਿੰਨੀ ਵੀ ਟੈਕਸਟਾਈਲ ਇੰਡਸਟਰੀ ਜਾਂ ਜਿਹੜੀਆਂ ਲੇਬਰਸ ਦੀਆਂ ਜੌਬਸ ਆ, ਜੇ ਤੁਸੀਂ ਉੱਥੇ ਜਦੋਂ ਤਨਖਾਹਾਂ ਬਾਰੇ ਚੱਲ ਜਾਓ, ਚਾਹੇ ਕਿਸੇ ਵੀ ਪ੍ਰਾਈਵੇਟ ਇੰਡਸਟਰੀ 'ਚ, ਐਂਡ ਅਪ 5 7 10 12,000 'ਚ ਹੋ ਜਾਂਦਾ। ਅੱਜ ਦੀ ਮਹਿੰਗਾਈ ਦੇ ਜ਼ਮਾਨੇ ਵਿੱਚ ਉਹਦੇ ਨਾਲ ਗੁਜ਼ਾਰਾ ਨਹੀਂ ਹੋ ਸਕਦਾ ਹੈਗਾ। ਤੇ ਅਸੀਂ ਕਿਵੇਂ ਆਪਣਾ ਪ੍ਰਵਾਸ ਨੂੰ ਰੋਕ ਲਵਾਂਗੇ? ਤੇ ਜੇ ਪ੍ਰਵਾਸ ਨੂੰ ਰੋਕਣਾ, ਉਹਦੇ ਲਈ ਸਭ ਤੋਂ ਵੱਡਾ ਹੈ NRI। ਦੇਖੋ ਸਰਕਾਰਾਂ ਵੀ, ਆਪਾਂ ਜਦੋਂ NRI ਸੰਮੇਲਨ ਹੁੰਦੇ ਆ, ਉਹ ਕਹਿੰਦੀਆਂ ਵੀ ਪੰਜਾਬ ਦੇ ਵਿੱਚ ਵਾਪਸ ਵਪਾਰ ਲਿਆਓ। ਵਪਾਰ ਕੀ ਆ ਸਕਦੇ ਆ? NRI ਨੇ ਆ ਕੇ ਨਾ ਤਾਂ ਖੇਤੀ ਕਰਨੀ, ਨਾ ਕੁਛ ਹੋਰ ਕੰਮ ਕਰ ਸਕਦਾ। ਇਸ ਵੇਲੇ ਜਿਹੜਾ ਇਮੀਡੀਏਟ ਲਿਆ, ਜਿੱਦਾਂ ਆਪਾਂ ਕਹਿੰਦੇ ਵੀ ਭੁੱਖੇ ਵੀ ਤੁਹਾਨੂੰ, ਉਹ ਕਹਿੰਦੇ ਭੁੱਖੇ ਨੂੰ ਬਾਤ ਪਾਓ, ਉਹ ਕਹਿੰਦਾ ਰੋਟੀ। ਪ੍ਰਵਾਸ ਰੋਕਣ ਦੇ ਲਈ ਇੱਕੋ ਹੀ ਹੱਲ ਆ ਵੀ ਜਿੰਨਾ ਅਸੀਂ NRI ਬਾਹਰ ਜਾ ਕੇ ਬੈਠੇ ਆ, ਉਹ ਆਪਣੇ ਪਿੰਡਾਂ ਦੇ ਵਿੱਚ, ਆਪਣੇ ਇਲਾਕਿਆਂ ਦੇ ਵਿੱਚ ਬੱਚਿਆਂ ਦੀ ਯੋਗਤਾ ਦੇ ਅਨੁਸਾਰ ਔਰ ਉਹਨਾਂ ਦੇ ਕੰਮ ਦੇ ਅਨੁਸਾਰ ਇੱਥੇ ਨੌਕਰੀਆਂ ਲਈ ਉਤਸ਼ਾਹਿਤ ਕਰਨ। ਮਾਫ ਕਰਨਾ ਵਿੱਚ ਰੋਕ ਰਿਹਾ, ਕਿਉਂਕਿ ਵਿਦੇਸ਼ਾਂ ਦੇ ਵਿੱਚ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਮਿਨੀਮਮ ਵੇਜ ਰੇਟ ਉਹਨਾਂ ਨੇ ਰੱਖਿਆ ਹੁੰਦਾ ਕਿ ਇਸ ਤੋਂ ਘੱਟ ਦੇ ਉੱਤੇ ਕੰਮ ਨਹੀਂ, ਤੁਹਾਨੂੰ ਤਨਖਾਹ ਜਿਹੜੀ ਆ ਨਹੀਂ ਦਿੱਤੀ ਜਾਊਗੀ। ਤਾਂ ਇਸ ਨੂੰ ਵੀ ਤੁਸੀਂ ਜ਼ਿਹਨ ਦੇ ਵਿੱਚ, ਦਿਮਾਗ ਦੇ ਵਿੱਚ ਰੱਖਦਿਆਂ ਹੋਇਆ ਹੀ ਇਸ ਕੰਪਨੀ ਦੇ ਵਿੱਚ ਰੂਲ ਲਾਗੂ ਕੀਤਾ? ਬਿਲਕੁਲ ਜੀ। ਅਸੀਂ ਜਿਹੜਾ ਵੀ, ਸਾਡੀ ਕੋਸ਼ਿਸ਼ ਇਹ ਆ ਵੀ ਹਰ ਬੱਚਾ ਜਿਹੜਾ ਸਾਡੇ ਕੋਲ ਆ ਗਿਆ, ਉਹ ਖੁਸ਼ੀ ਨਾਲ, ਦੇਖੋ ਜਿਹੜਾ ਬੰਦਾ ਫਾਈਨੈਂਸ਼ੀਅਲੀ ਸਟੇਬਿਲਿਟੀ ਨਹੀਂ, ਜੇ ਉਹਦੇ ਘਰ ਦਾ ਚੁੱਲ੍ਹਾ ਤੇ ਉਹਦੇ ਘਰ ਦੇ ਅੱਜ ਦੇ ਬਿਜਲੀ ਬੱਤੀਆਂ ਦੇ ਬਿੱਲ ਤੇ ਮੋਟਰਸਾਈਕਲ 'ਚ ਤੇਲ ਨਹੀਂ ਪੈਂਦਾ, ਤੇ ਉਹਦੇ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ। ਇਹਨਾਂ ਹੀ ਕਾਰਨ ਕਰਕੇ ਫਿਰ ਉਹ ਮੈਂ ਪ੍ਰਵਾਸ ਅੱਖਰ 'ਤੇ ਆਉਣਾ। ਅਤੇ ਜੇ ਅਸੀਂ ਪ੍ਰਵਾਸ ਨੂੰ ਰੋਕਣਾ ਆ, ਤਾਂ ਸਾਡੀ ਪਹਿਲੀ ਇਹੀ ਆ ਕਿ ਬੱਚਿਆਂ ਨੂੰ ਜਿਹੜੀ ਤਨਖਾਹ ਆ ਉਹ ਉਸ ਤਰੀਕੇ ਨਾਲ ਦਿੱਤੀ ਜਾਵੇ, ਅਤੇ ਤਾਂ ਕਿ ਉਹ ਉਹਨਾਂ ਦਾ ਘਰ ਦਾ ਗੁਜ਼ਾਰਾ ਵਧੀਆ ਤਰੀਕੇ ਨਾਲ ਹੋ ਸਕੇ ਜੀ। ਔਰ ਨਾਲ ਨਾਲ ਮੈਂ ਚਾਹੁੰਦਾ ਕਿ ਤੁਸੀਂ ਮੁਲਾਕਾਤ ਵੀ ਕਰਾਓ, ਔਰ ਕੀ ਕੀ ਕੰਮ ਇਹਨਾਂ ਦਾ ਰਹਿੰਦਾ ਹੈ ਔਰ ਕਿਸ ਤਰੀਕੇ ਨਾਲ ਇੱਥੇ ਬੈਠ ਕੇ ਕੰਮ ਕਰਦੇ ਨੇ, ਉਹ ਵੀ ਜ਼ਰੂਰ ਦਰਸ਼ਕਾਂ ਤੱਕ ਪਹੁੰਚਾਓ ਜੀ। ਹਰਪ੍ਰੀਤ ਸਿੰਘ ਜੀ ਇਹ ਤੇ ਕਿਰਨਜੀਤ ਕੌਰ, ਇਹ ਓਵਰਆਲ ਸਾਰਾ ਹੀ ਜਿਹੜਾ ਇੱਥੇ ਇਸ ਆਪਰੇਸ਼ਨ ਨੂੰ ਦੇਖ ਰਹੇ ਆ, ਤੇ ਹਾਇਰਿੰਗ ਕਰਨਾ ਜਾਂ ਜੋ ਕੁਝ ਵੀ ਕਰਨਾ ਆ, ਉਹ ਇਹਨਾਂ ਦੀ ਦੇਖ ਰੇਖ 'ਚ ਹੀ ਹੁੰਦਾ ਆ ਜੀ। ਤਾਂ ਹਰਪ੍ਰੀਤ, ਤੁਸੀਂ ਹਾਇਰਿੰਗ ਕਰ ਰਹੇ ਹੋ, ਪੰਜਾਬ ਦੇ ਵਿੱਚ ਹੀ ਨੌਜਵਾਨਾਂ ਨੂੰ ਰੁਜ਼ਗਾਰ ਦੇ ਰਹੇ ਹੋ, ਤਾਂ ਕੀ ਇਸ ਵੇਲੇ ਤੁਹਾਨੂੰ ਤਸਵੀਰ ਨਜ਼ਰ ਆ ਰਹੀ ਹੈ? ਕਿਉਂਕਿ ਪੰਜਾਬ ਦੇ ਵਿੱਚ ਜੇਕਰ ਵਿਦਿਆਰਥੀ ਬੱਚੇ ਰਹਿ ਕੇ ਇੱਥੇ ਰੁਜ਼ਗਾਰ ਪ੍ਰਾਪਤ ਕਰਦੇ ਨੇ, ਇੱਕ ਤਾਂ ਆਪਣੀ ਜੜ੍ਹਾਂ ਨਾਲ ਜੁੜਨਗੇ, ਔਰ ਨਾਲ ਹੀ ਉਹਨਾਂ ਦੇ ਵੱਲੋਂ ਆਪਣੇ ਘਰਦਿਆਂ ਦਾ ਵੀ ਧਿਆਨ ਜਿਹੜਾ ਹੈ ਉਹ ਜ਼ਿਆਦਾ ਦਿੱਤਾ ਜਾਊ। ਦੇਖੋ ਜੀ, ਜਿਸ ਤਰ੍ਹਾਂ ਆਪਾਂ ਭਾਜੀ ਨੇ ਪਹਿਲਾਂ ਹੀ ਗੱਲ ਕੀਤੀ ਹੈ ਕਿ ਇੱਧਰ ਮੁੰਡਿਆਂ ਦੇ ਵਿੱਚ ਅੱਜ ਕੱਲ੍ਹ ਜੇ ਆਪਾਂ ਕਹੇ ਜੇ ਨੌਜਵਾਨ ਪੀੜ੍ਹੀ ਦੇ ਵਿੱਚ ਬਾਹਰ ਜਾਣ ਦਾ ਰੁਝਾਨ ਬਹੁਤ ਜ਼ਿਆਦਾ ਆ। ਅਗਰ ਆਪਾਂ ਇੱਧਰ ਹੀ ਉਹਨਾਂ ਨੂੰ ਕੋਈ ਵਧੀਆ ਤਰੀਕੇ ਦੇ ਨਾਲ ਕੰਮ ਦੇ ਦਈਏ ਤਾਂ ਆਪਾਂ ਉਹਨੂੰ ਕਾਫੀ ਹੱਦ ਤੱਕ ਰੋਕ ਸਕਦੇ ਹਾਂ। ਇਸ ਦੇ ਨਾਲ ਸਾਡਾ ਆਉਣ ਵਾਲਾ ਫਿਊਚਰ ਵੀ ਵਧੀਆ ਹੋਵੇਗਾ, ਪੰਜਾਬ ਦਾ ਭਵਿੱਖ ਵੀ ਵਧੀਆ ਹੋਵੇਗਾ, ਅਤੇ ਹੋਰ ਵੀ ਕਾਫੀ ਜਿਹੜੀਆਂ ਸਮੱਸਿਆਵਾਂ ਜੇ ਕੋਈ ਵੀ ਆ ਰਹੀਆਂ ਹਨ, ਉਹਨੂੰ ਆਪਾਂ ਲੋਕਲ ਲੈਵਲ 'ਤੇ ਆਪਣੇ 'ਤੇ ਸੁਲਝਾ ਸਕਦੇ ਹਾਂ। ਔਰ ਕੀ ਫਿਰ ਸੀਨ ਕਿਵੇਂ ਰਹਿੰਦਾ ਹੈ ਜੀ ਇਸ ਵੇਲੇ? ਸ਼ਿਫਟ ਕਿੰਨੇ ਵਜੇ ਸ਼ੁਰੂ ਹੁੰਦੀ ਹੈ ਔਰ ਕਿੰਨੇ ਵਜੇ ਤੱਕ ਇਹਨਾਂ ਦੀ ਡਿਊਟੀ ਜਿਹੜੀ ਹੈ ਉਹ ਚੱਲਦੀ ਹੈ? ਸ਼ਾਮ ਨੂੰ 7 ਵਜੇ ਸਾਡਾ ਟਾਈਮਿੰਗ ਸ਼ੁਰੂ ਹੁੰਦਾ ਹੈ ਜੀ, ਅਤੇ ਮੋਸਟਲੀ 4 ਵਜੇ ਜਿਹੜਾ ਆ ਇਹ ਖਤਮ ਹੋ ਜਾਂਦਾ ਜੀ। ਤਾਂ ਤੁਸੀਂ ਕੀ ਦੇਖਦੇ ਹੋ ਇੱਥੇ, ਔਰ ਕਿਸ ਤਰੀਕੇ ਦੇ ਨਾਲ ਤੁਹਾਡੇ ਵੱਲੋਂ ਯੋਗਦਾਨ ਇਸ ਕੰਪਨੀ ਦੇ ਵਿੱਚ? ਜੀ, ਇਹ ਜਿਹੜੀ ਕੰਪਨੀ ਆ, ਇਹ 'ਚ ਡਿਫਰੈਂਟ ਡਿਪਾਰਟਮੈਂਟਸ ਨੇ। ਸੋ ਇੱਕ ਆਪਰੇਸ਼ਨ ਦਾ ਵੀ ਬਹੁਤ ਮੇਜਰ ਰੋਲ ਹੈ ਔਰ ਉਹ ਹਿੱਸਾ ਹੈ। ਸੋ ਜਿਹੜਾ ਆਪਰੇਸ਼ਨ ਟੀਮ ਹੈ, ਉਹ ਬੇਸਿਕਲੀ ਤਾਂ ਇਸ ਕੰਪਨੀ ਦੀ ਸਾਰੀ ਜਿਹੜੀ ਓਵਰਆਲ ਟੀਮ ਐਲੋਕੇਸ਼ਨ ਹੈ, ਕੰਮ ਦੀ ਰਿਸਪੌਂਸਿਬਿਲਿਟੀ ਦੇਣਾ, ਟ੍ਰੇਨਿੰਗ ਦੇਣਾ। ਸੋ ਵਨ ਆਫ ਅ ਹੈਲਪਿੰਗ ਹੈਂਡ ਤੁਸੀਂ ਕਹਿ ਸਕਦੇ ਹੋ ਵੀ ਮੈਂ ਹਰ ਚੀਜ਼ 'ਚ ਬਰਾਬਰ ਦੀ ਭਾਗੀਦਾਰ ਹਾਂ। ਸੋ ਕੋਸ਼ਿਸ਼ ਕਰੀਦੀ ਹੈ ਕਿ ਹਰ ਡਿਪਾਰਟਮੈਂਟ ਸਟਰੀਮਲਾਈਨ ਕਰ ਸਕੀਏ ਅਸੀਂ। ਤੋ ਜਿਹੜਾ ਆਪਰੇਸ਼ਨ ਹੈ ਇਸ ਕੰਪਨੀ ਦਾ, ਉਹ ਸਾਰਾ ਹੀ ਦੇਖ ਰੇਖ ਜੋ ਕਰਨੀ ਹੈ ਉਹਦਾ ਧਿਆਨ ਰੱਖਿਆ ਜਾਂਦਾ ਹੈ। ਸਰਲ ਸ਼ਬਦਾਂ ਦੇ ਵਿੱਚ ਜਿਹੜੇ ਸਾਡੇ ਵਿਊਅਰਸ ਹੋਣਗੇ ਉਹ ਸਮਝਣਾ ਚਾਹੁੰਦੇ ਹੋਣਗੇ ਕਿ ਆਪਰੇਸ਼ਨ ਹੈ ਕੀ ਹੈ, ਕੀ ਕੰਮ ਕਰਦੇ ਨੇ ਬੱਚੇ, ਕਿਵੇਂ ਇੱਥੋਂ ਦੀ ਵਿਦੇਸ਼ ਬਹਿ ਕੇ ਬੱਚੇ ਜਿਹੜੀ ਆ ਉਹ ਨੌਕਰੀ ਕਰਦੇ ਹੋ? ਜੀ, ਅਸੀਂ ਇੱਕ ਤਰ੍ਹਾਂ ਤੁਸੀਂ ਕਹਿ ਸਕਦੇ ਹੋ, ਪ੍ਰੋਪਰ ਬੈਂਕਿੰਗ ਤਾਂ ਨਹੀਂ ਵਰਤ ਸਕਦੇ। ਹਾਂਜੀ, ਕਾਈਂਡ ਆਫ ਅ ਫਾਈਨਾਂਸ ਕੰਪਨੀ ਕਹਿ ਸਕਦੇ ਹਾਂ ਅਸੀਂ। ਲੌਜਿਸਟਿਕ ਕੰਪਨੀਜ਼ ਦੇ ਔਰ ਬ੍ਰੋਕਰਸ ਦੇ ਮਿਡੀਓਕਰ ਹੈਗੇ ਆ, ਜਿਹੜੇ ਕਿ ਉਹਨਾਂ ਦਾ ਜਿਹੜੀ ਪੇਮੈਂਟਸ ਹੁੰਦੀ ਆ, ਬ੍ਰੋਕਰ ਤੋਂ ਲੈਣਾ, ਲੋਟਸ ਦੀ ਪੇਮੈਂਟਸ ਲੈਣਾ, ਅਸੀਂ ਉਹ ਸਾਰਾ ਉਹਨਾਂ ਦਾ ਤਾਲਮੇਲ ਕਰਦੇ ਹਾਂ ਜੀ। ਸੋ ਉਹਨਾਂ ਤੱਕ ਪੇਮੈਂਟ ਪਹੁੰਚਾਉਣਾ, ਪੇਮੈਂਟ ਲੈਣਾ, ਉਹਨਾਂ ਦੇ ਸਾਰੀ ਡਾਕੂਮੈਂਟੇਸ਼ਨ ਦੇਖਣਾ। ਸੋ ਜਿਵੇਂ ਕਿ ਤੁਸੀਂ ਨਾਮ ਹੀ ਬਾਹਰ ਪੜ੍ਹਿਆ ਹੋਏਗਾ ਕੰਪਨੀ ਦਾ, ਜਾਂ ਤੁਸੀਂ ਨਾਮ ਜੋ ਜਾਣਦੇ ਹੋ, ਹਰਜਸ ਫਾਈਨੈਂਸ਼ੀਅਲ। ਸੋ ਫਾਈਨੈਂਸ਼ੀਅਲ ਵਰਡ ਦਾ ਇਸਤੇਮਾਲ ਹੋਇਆ ਤਾਂ ਉਹ ਆਪਣੇ ਆਪ ਹੀ ਦੱਸਦਾ ਹੈ ਵੀ ਅਸੀਂ ਕਿਤੇ ਨਾ ਕਿਤੇ ਪੇਮੈਂਟਸ ਦੇ ਵਿੱਚ ਲੈਣ ਦੇਣ ਕਰਦੇ ਹਾਂ।
ਤਾਂ ਬਰਜਿੰਦਰ ਜੀ, ਜਿਵੇਂ ਤੁਸੀਂ ਇੱਥੇ ਇਸ ਸੈਟਅਪ ਨੂੰ ਲਗਾਇਆ ਹੈ, ਤਾਂ ਕਿਉਂ ਹੋਰ ਕੰਪਨੀਆਂ ਪੰਜਾਬ ਦੇ ਵਿੱਚ ਇਸ ਤਰੀਕੇ ਦਾ ਸੈਟਅਪ ਨਹੀਂ ਲਗਾ ਪਾਉਂਦੀਆਂ? ਕੀ ਕਮੀ ਰਹਿੰਦੀ ਹੈ ਕਿਸੇ ਬੱਚਿਆਂ ਦੀ, ਜਾਂ ਫਿਰ ਕੋਈ ਹੋਰ ਸਹਿਯੋਗ ਨਹੀਂ ਮਿਲ ਪਾਉਂਦਾ, ਇਸ ਕਰਕੇ ਉਹਨਾਂ ਦੇ ਵੱਲੋਂ ਇਸ ਦੇ ਵੱਲ ਪਹਿਲ ਨਹੀਂ ਕੀਤੀ? ਮੇਰੇ ਖਿਆਲ ਅਸੀਂ ਲਾਈਫ ਦੇ ਵਿੱਚ ਸ਼ਾਰਟਕਟ ਜਾਂ ਈਜ਼ੀ ਸੌਖਾ ਚੀਜ਼ਾਂ ਨੂੰ ਭਾਲਦੇ ਹਾਂ। ਕਿਉਂ ਇੱਕ ਪਿੰਡ ਵਿੱਚ ਕੰਮ ਨੂੰ ਸਟੈਬਲਿਸ਼ ਕਰਨਾ ਆਪਣੇ ਆਪ 'ਚ ਹੀ ਇੱਕ ਚੈਲੰਜ ਆ। ਉਹਦੇ ਵਿੱਚ ਬਿਜਲੀ ਦੇ ਕੱਟ ਔਰ ਇੰਟਰਨੈਟ ਸੁਵਿਧਾਵਾਂ ਜਾਂ ਟਰਾਂਸਪੋਰਟੇਸ਼ਨ ਕਹਿ ਲਓ, ਉਹਨਾਂ ਚੈਲੰਜ ਨੂੰ ਅਸੀਂ ਚੈਲੰਜ ਨੂੰ ਨਹੀਂ ਲੈਂਦੇ ਹੋਏ ਵੀ ਈਜ਼ੀ ਐਕਸੈਸ ਕਰਦੇ ਹਾਂ ਵੀ ਅਸੀਂ ਕੰਪਨੀ ਵੱਡੇ ਸ਼ਹਿਰ 'ਚ ਖੋਲ੍ਹ ਲਈਏ, ਅਤੇ ਉਹ ਇੱਕ ਵੱਡਾ ਰੀਜ਼ਨ ਆ। ਪਰ ਦੇਖੋ, ਜਦੋਂ ਨਾ ਮੈਂ 2 ਸਾਲ ਪਹਿਲਾਂ ਪੰਜਾਬ ਵਿੱਚ ਆਇਆ, ਅਤੇ ਮੈਂ ਇੱਕ ਦਿਨ ਬੈਠ ਕੇ ਸੋਚਾਂ ਕਿ ਮੈਂ ਇੱਥੇ ਕਿਹਨੂੰ ਦੋਸਤ ਮਿੱਤਰ, ਜਾਂ ਕਿਉਂਕਿ ਸਾਰੇ ਲੋਕ ਤਾਂ ਬਾਹਰ ਜਾਈ ਜਾ ਰਹੇ ਆ ਅਤੇ ਸਾਡੇ ਵੀ ਰਿਸ਼ਤੇਦਾਰੀ 'ਚ ਇੱਥੇ ਕੋਈ ਨਹੀਂ ਹੈਗਾ। ਅਤੇ ਜਦੋਂ ਮੈਂ ਬੈਠ ਕੇ ਸੋਚਦਾ ਸੀ ਵੀ ਮੇਰਾ ਦਾਇਰਾ ਕਿਵੇਂ ਆ, ਮੇਰੇ ਬੱਚੇ ਮੇਰੇ ਕੋਲ ਕਿਉਂ ਆਉਣ, ਉਹਨਾਂ ਕੋਲ ਕੀ ਚੀਜ਼ ਆ, ਅਤੇ ਉਹਦੇ ਲਈ ਜਿਹੜਾ ਮੇਰੇ ਸਭ ਤੋਂ ਵੱਡਾ ਇਹ ਦਿਮਾਗ ਵਿੱਚ ਆਇਆ ਕਿ ਆਪਾਂ ਨੂੰ ਇੱਥੇ ਇੱਕ ਕੰਪਨੀ ਖੋਲ੍ਹਣੀ ਚਾਹੀਦੀ ਆ, ਤਾਂ ਕਿ ਬੱਚੇ ਵੀ ਉਹਦੇ 'ਚ ਇਨਵੋਲਵ ਹੋਣ, ਅਤੇ ਜਦੋਂ ਬੱਚੇ ਇਨਵੋਲਵ ਹੋ ਗਏ ਅਤੇ ਉਹ ਆਪੇ ਪੰਜਾਬ ਦੇ ਨਾਲ ਜੁੜ ਗਏ। ਸੋ ਬੇਸਿਕਲੀ ਸਾਡਾ ਜਿਹੜਾ ਮੇਨ ਫੋਕਸ ਆ ਉਹ ਇਹੀ ਆ ਕਿ ਅਸੀਂ ਦੁਬਾਰਾ ਇਸ ਆਪਣੀ ਧਰਤੀ ਨਾਲ ਜੁੜੀਏ। ਚੈਲੰਜਸ ਤੁਹਾਡੇ ਵਾਸਤੇ ਕੀ ਰਹੇ? ਫਿਰ ਉਹ ਭਾਵੇਂ ਸੈਟਅਪ ਹੋਵੇ ਜਾਂ ਫਿਰ ਹੋਰ ਕਿਸੇ ਵੀ ਤਰੀਕੇ ਦੀ ਜੇਕਰ ਆਪਾਂ ਗੱਲ ਕਰੀਏ, ਤਾਂ ਕੀ ਚੈਲੰਜਸ ਮੁੱਖ ਤੌਰ ਦੇ ਉੱਤੇ ਤੁਹਾਡੇ ਵਾਸਤੇ ਰਹੇ? ਮੇਰੇ ਖਿਆਲ ਚੈਲੰਜ ਸਾਨੂੰ ਤਾਂ ਕੋਈ ਆਇਆ ਨਹੀਂ ਜੀ। ਸਾਡੀ ਮੀਟਿੰਗ ਵਿੱਚ ਡਿਸਕਸ ਅਸੀਂ ਜ਼ਰੂਰ ਕੀਤੇ, ਪਰ ਮੇਰਾ ਕੌਨਫੀਡੈਂਸ ਇੰਨਾ ਜ਼ਿਆਦਾ ਸੀ, ਮੈਂ ਕਿਹਾ ਸੀ ਨਹੀਂ, ਕੰਮ ਖੋਲ੍ਹਣਾ ਅਤੇ ਪਿੰਡ 'ਚ ਖੋਲ੍ਹਣਾ, ਤੁਹਾਨੂੰ ਕੋਈ ਚੈਲੰਜ ਨਹੀਂ ਆਊਗਾ। ਇਹ ਇੱਕ ਜਾਣੀ ਕਿ ਆਮ ਦਿਮਾਗ ਦੀ ਇੱਕ ਕਾਢ ਆ ਵੀ ਜਿਹੜਾ ਉਹਨੂੰ ਲੱਗਦਾ ਵੀ ਸ਼ਾਇਦ ਸਾਨੂੰ ਵੀ ਉਹ ਚੀਜ਼ਾਂ ਹੋਊਗੀਆਂ, ਅਤੇ ਮੈਂ ਇਹ ਕਹਾਂ ਵੀ ਵਾਹਿਗੁਰੂ ਦੀ ਕਿਰਪਾ ਨਾਲ ਸਾਨੂੰ ਤਾਂ ਕੋਈ ਚੈਲੰਜ ਨਹੀਂ ਆਇਆ ਜੀ। ਦੇਖੋ, ਇਹ ਸ਼ਨ ਆ, ਅਤੇ ਸ਼ਨ ਨੂੰ ਹੀ ਅਸੀਂ ਓਵਰਆਲ ਡਿਵੈਲਪ ਇਸ ਨੂੰ ਕਰ ਲਿਆ। ਅਤੇ ਜੇ ਅਸੀਂ ਸ਼ਹਿਰ ਦੇ ਵਿੱਚ ਵੀ ਕੋਈ ਰੈਂਟਲ ਦੇਖਦੇ ਜਾਂ ਹੋਰ ਤੁਸੀਂ ਜਿਹੜੀਆਂ ਵੱਡੀ ਬਿਲਡਿੰਗ ਨੂੰ ਦੇਖਦੇ, ਅਤੇ ਉਹਦੇ ਨਾਲੋਂ ਵੀ ਸਾਨੂੰ ਇਹ ਸਾਰ ਲੱਗਾ ਵੀ ਆਪਾਂ ਬਿਲਕੁਲ ਪੰਜਾਬ ਦੀ ਜੜ੍ਹ ਦੇ ਵਿੱਚ ਹੀ ਪਿੰਡ ਦੇ ਵਿੱਚ ਬੈਠ ਕੇ ਆਪਣਾ ਕੰਮ ਸ਼ੁਰੂ ਕਰਨਾ ਹੈ ਜੀ। ਟੀਮ ਇੱਥੇ ਮੌਜੂਦ ਹੈ, ਤਾਂ ਕਿਵੇਂ ਇਸ ਵੇਲੇ ਤੁਹਾਡੇ ਵੱਲੋਂ ਯੋਗਦਾਨ ਪਾਇਆ ਜਾ ਰਿਹਾ? ਔਰ ਜਿਵੇਂ ਦੱਸਿਆ ਕਿ ਚੰਡੀਗੜ੍ਹ ਤੋਂ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਇਹ ਕੋਸ਼ਿਸ਼ ਕਰਦੇ ਹੁੰਦੇ ਆ ਕਿ ਚੰਡੀਗੜ੍ਹ ਨੌਕਰੀ ਮਿਲ ਜੇ। ਚੰਡੀਗੜ੍ਹ ਵਾਲੇ ਇਹ ਕੋਸ਼ਿਸ਼ ਕਰਦੇ ਹੁੰਦੇ ਆ ਕਿ ਮੈਟਰੋ ਸਿਟੀਜ਼ ਦੇ ਵੱਲ ਚਲੇ ਜਾਈਏ ਜਾਂ ਫਿਰ ਵਿਦੇਸ਼ ਚਲੇ ਜਾਈਏ। ਤੁਸੀਂ ਕਿਵੇਂ ਚੰਡੀਗੜ੍ਹ ਤੋਂ ਪਿੰਡ ਤੱਕ ਪਹੁੰਚਦੇ? ਮੇਰੇ ਖਿਆਲ ਨਾਲ ਇਹ ਜਿਵੇਂ ਕਿ ਆਪਾਂ ਹੁਣ ਗੱਲ ਕਰ ਰਹੇ ਹਾਂ ਵੀ ਜੋ ਸਿਸਟਮ ਆਪਣੇ ਪੰਜਾਬ ਦਾ ਜਾਂ ਐਜੂਕੇਸ਼ਨ ਸਿਸਟਮ ਦੀ ਗੱਲ ਕਰੀਏ, ਇੰਪਲੋਇਮੈਂਟ ਦੀ ਗੱਲ ਕਰੀਏ, ਸੋ ਇੱਕ ਬਹੁਤ ਵਾਰ ਮਨ 'ਚ ਖਿਆਲ ਆਉਂਦਾ ਵੀ ਕਦ ਤੱਕ ਆਪਾਂ ਇਹਦੀ ਗੱਲ ਕਰਾਂਗੇ, ਵੀ ਐਜ਼ ਐਕਸ਼ਨ ਆਪਾਂ ਇਹ 'ਤੇ ਕਦ ਕੰਮ ਕਰਾਂਗੇ। ਸੋ ਮੇਰੇ ਜ਼ਹਿਨ ਦੇ ਵਿੱਚ ਹਮੇਸ਼ਾ ਤੋਂ ਸੀਗਾ ਵੀ ਜੋ ਸਮੱਸਿਆ, ਜੋ ਸਿਸਟਮ 'ਚ ਜੋ ਤਬਦੀਲੀ ਚਾਹੀਦੀ ਹੈ, ਜੋ ਚੇਂਜ ਚਾਹੀਦਾ, ਉਹ ਸਭ ਤੋਂ ਪਹਿਲਾਂ ਤਾਂ ਆਪਦੇ ਆਪ ਤੋਂ ਹੀ ਸ਼ੁਰੂ ਹੋਊਗਾ। ਸੋ ਇਹ ਸੋਚ ਕੇ ਮੈਂ ਕਾਫੀ ਚਿਰ ਤੋਂ ਇਸ ਕੰਪਨੀ ਦੇ ਨਾਲ ਜੁੜਿਆ ਹੋਇਆ ਸੀਗਾ, ਅਤੇ ਹੁਣ ਜਦ ਸਾਡੀ ਵਰਕਲੋਡ ਇਨਕਰੀਜ਼ ਹੋਇਆ ਅਤੇ ਜਦ ਅਸੀਂ ਗੱਲ ਕੀਤੀ, ਅਸੀਂ ਸੋਚਿਆ ਵੀ ਜੇ ਅਸੀਂ ਸ਼ੁਰੂਆਤ ਅਸੀਂ ਨਹੀਂ ਕਰਾਂਗੇ, ਜੇ ਅਸੀਂ ਇੱਕ ਵੇਵ ਅਸੀਂ ਕ੍ਰੀਏਟ ਨਹੀਂ ਕਰਾਂਗੇ, ਜੇ ਪਹਿਲ ਅਸੀਂ ਨਹੀਂ ਕਰਾਂਗੇ, ਅਸੀਂ ਕਦ ਤੱਕ ਸਰਕਾਰ ਵਾਲੀਆਂ, ਅਸੀਂ ਕਦ ਤੱਕ ਦੂਜੇ ਵੱਲ ਦੇਖਦੇ ਰਹਾਂਗੇ, ਵੀ ਕਦ ਤੱਕ ਵੀ ਅਸੀਂ ਆਪ ਐਗਜ਼ਾਮਪਲ ਕਿਉਂ ਨਹੀਂ ਸੈੱਟ ਕਰ ਸਕਦੇ। ਸੋ ਮੈਨੂੰ ਫਿਰ ਬਹੁਤ ਇੰਟਰਸਟਿੰਗ ਲੱਗਿਆ ਇਹ ਚੈਲੰਜ, ਮੈਂ ਐਕਸੈਪਟ ਕਰਨ ਨੂੰ ਤਿਆਰ ਸੀਗਾ। ਸੋ ਮੈਨੂੰ ਫਖਰ ਵੀ ਮਹਿਸੂਸ ਹੋ ਰਿਹਾ ਕਿ ਅਸੀਂ ਉਸ ਸ਼ੁਰੂਆਤ ਦੀ ਇੱਕ ਐਗਜ਼ਾਮਪਲ ਅਸੀਂ ਅੱਜ ਇੱਕ ਦੇ ਸਕਦੇ ਹਾਂ ਸਾਰਿਆਂ ਨੂੰ। ਅਸੀਂ ਆਪ ਇੱਕ ਕੰਮ ਕਰਕੇ, ਜਿਵੇਂ ਹੁਣ ਬਰਜਿੰਦਰ ਜੀ ਕਹਿ ਰਹੇ ਸੀਗੇ ਕਿ ਵੀ ਕੋਈ ਚੈਲੰਜ ਨਹੀਂ, ਮਾਨਸਿਕਤਾ ਹੀ ਹੈ ਇੱਕ, ਵੀ ਮਾਈਂਡਸੈਟ ਹੀ ਆ। ਹੁਣ ਜਿੰਨਾ ਤੁਸੀਂ ਬੋਲੀ ਜਾਓਗੇ ਕਿ ਨਹੀਂ ਕਰ ਸਕਦੇ ਤਾਂ ਨਹੀਂ ਕਰ ਸਕਦੇ, ਪਰ ਅੱਜ ਅਸੀਂ ਕਰਕੇ ਦਿਖਾਤਾ ਵੀ ਵਰਕਐਕਸ ਦੀ ਤੁਹਾਡੀ ਗੱਲ ਕਰਾਂ ਤਾਂ ਕਿੱਥੇ ਇਸ ਤੋਂ ਪਹਿਲਾਂ ਤੁਸੀਂ ਕੰਮ ਕਰ ਚੁੱਕੇ ਹੋ? ਸੋ ਸ਼ਾਰਟ ਸਪੈਨ ਤਾਂ ਮੈਂ ਕਾਫੀ ਥਾਵੇਂ ਕੰਮ ਕੀਤਾ। ਦ ਮੇਜਰਲੀ ਮੇਰਾ ਰੋਲ ਐਜੂਕੇਸ਼ਨ ਸੈਕਟਰ ਦੇ ਵਿੱਚ ਰਿਹਾ, ਅਤੇ ਮੈਂ ਡੈਲ ਦੇ ਵਿੱਚ ਵੀ ਟੈਕਨੀਕਲ ਸਪੋਰਟ 'ਚ ਕੰਮ ਕਰਦਾ ਰਿਹਾ। ਸੋ ਥੀਸ ਵਰ ਲਾਈਕ ਦ ਮੇਜਰ ਪਾਰਟ ਆਫ ਮਾਈ ਕਰੀਅਰ। ਲੋਕੇਸ਼ਨਸ ਕੀ ਆਊਟ ਆਫ ਪੰਜਾਬ ਹੀ ਰਹੀਆਂ? ਜ਼ਿਆਦਾਤਰ ਮੈਂ ਦਿੱਲੀ ਐਂਡ ਚੰਡੀਗੜ੍ਹ ਦੇ ਵਿੱਚ ਹੀ ਰਿਹਾ। ਹਾਂਜੀ, ਥੀਸ 2 ਪਲੇਸਿਸ। ਹਾਂਜੀ। ਹੁਣ ਕਿਵੇਂ ਮਹਿਸੂਸ ਹੁੰਦਾ ਹੈ ਦੁਬਾਰਾ ਫਿਰ ਪਿੰਡ ਦੇ ਵਿੱਚ, ਔਰ ਪਿੰਡ ਦੇ ਵਿੱਚ ਬਹਿ ਕੇ ਇੱਥੇ ਸਾਰਾ ਆਪਰੇਸ਼ਨਸ ਦੇਖਦੇ ਹੋਏ? ਸੋ ਸ਼ਹਿਰ 'ਚ ਰਹਿ ਕੇ ਵੈਸੇ ਪਿੰਡ ਤਾਂ ਮੈਂ ਕਦੀ ਛੱਡਿਆ ਨਹੀਂ ਸੀ, ਦਿਲ ਦੇ ਵਿੱਚ ਪਿੰਡ ਤਾਂ ਹਮੇਸ਼ਾ ਸੀਗਾ ਹੀ ਮੇਰਾ, ਅਤੇ ਹੁਣ ਇੱਕ ਕਾਰਨ ਮਿਲ ਗਿਆ, ਇੱਕ ਵਜ੍ਹਾ ਮਿਲ ਗਈ, ਅਤੇ ਖੁਸ਼ੀ ਹੋਰ ਵੀ ਜ਼ਿਆਦਾ ਹੈਗੀ ਹੈ, ਅਤੇ ਫਖਰ ਮਹਿਸੂਸ ਹੁੰਦਾ ਕਿ ਅਸੀਂ ਇਸ ਚੀਜ਼ ਦਾ ਹਿੱਸਾ ਹੈਗੇ ਹਾਂ। ਔਰ ਜਿਵੇਂ ਉਹਨਾਂ ਦੱਸਿਆ ਕਿ ਤੁਸੀਂ ਦਿੱਲੀ ਤੋਂ ਹੈਗੇ ਹੋ, ਬਹੁਤ ਸਾਰੇ ਬੱਚੇ ਇੱਥੋਂ ਦੀ ਦਿੱਲੀ ਜਾਂਦੇ ਨੇ ਨੌਕਰੀਆਂ ਲੱਭਣ ਦੇ ਲਈ, ਔਰ ਮਿਲ ਵੀ ਜਾਂਦੀਆਂ ਨੇ, ਕਿਉਂਕਿ ਤਨਖਾਹਾਂ ਭਾਵੇਂ ਪੰਜਾਬ ਨਾਲੋਂ ਥੋੜ੍ਹੀਆਂ ਕੁ ਵੱਧ ਹੋਣ, ਪਰ ਫਿਰ ਉੱਥੇ ਰੁਜ਼ਗਾਰ ਕਾਫੀ ਹੁੰਦਾ ਹੈ। ਤੁਸੀਂ ਦਿੱਲੀ ਤੋਂ ਪਿੰਡ ਦੇ ਵਿੱਚ ਜਦੋਂ ਪਹਿਲੀ ਵਾਰ ਘਰਦਿਆਂ ਨੂੰ ਦੱਸਿਆ ਕਿ ਹਾਂ ਪਿੰਡ ਦੇ ਵਿੱਚ ਨੌਕਰੀ ਮਿਲੀ ਹੈ, ਤਾਂ ਕੀ ਉਹਨਾਂ ਦਾ ਰਿਐਕਸ਼ਨ ਸੀ? Of course, their reaction was like, "What? ਪਿੰਡ ਜਾਣਾ ਹੈ?" ਤੇ they were like, "What will you do there? ਮਤਲਬ what options do you have? You have a good career in Delhi, and then you're going back to Pind. You have to start from square one.
But then, because I met Paji with a serendipity, and I know the moment I met him, I knew that he's the one, who's gonna change things, dynamics in Punjab, at the level where everyone wants to go out of the Punjab. And he was talking that I want to, set up a good education system so the students can be there. So yeah, that's the thing which. ਦਿੱਲੀ ਵਾਲਿਆਂ ਨੂੰ ਇੱਥੇ ਇੱਕ ਸੁੱਖ ਤਾਂ ਹੁੰਦਾ ਕਿ ਘਰ ਵੱਡੇ ਮਿਲ ਜਾਂਦੇ ਨੇ, ਖੁੱਲੀ ਥਾਂ ਹੁੰਦੀ ਹੈ, ਵਾਤਾਵਰਨ ਚੰਗਾ ਹੁੰਦਾ ਹੈ। Of course, everything you have said, it's right. Yeah, ਇੱਥੇ ਹੈ, ਬਿਲਕੁਲ ਹੈ। ਤਾਂ ਤੁਸੀਂ ਇਹ ਦੇਖ ਸਕਦੇ ਹੋ ਸਾਰੀ ਟੀਮ ਹੈ ਇੱਥੇ, ਇਹ ਇਸ ਵੇਲੇ ਕੰਮ ਕਰ ਰਹੀ ਹੈ। ਤਾਂ ਬਰਜਿੰਦਰ ਜੀ 7 ਵਜੇ ਇਹਨਾਂ ਦਾ ਸ਼ਿਫਟ ਸ਼ੁਰੂ ਹੋ ਜਾਂਦੀ ਹੈ ਔਰ ਕਿੰਨੇ ਵਜੇ ਤੱਕ ਚੱਲਦੀ ਹੈ? 4 ਵਜੇ ਤੱਕ ਜੀ। ਤਾਂ ਸਵੇਰੇ ਫਿਰ ਕਿਉਂਕਿ ਅਰਲੀ ਮਾਰਨਿੰਗ ਹੁੰਦਾ ਤਾਂ ਕੀ ਰਹਿੰਦਾ ਫਿਰ ਆਸ-ਪਾਸ ਦੇ ਹੀ ਥਾਵਾਂ ਤੋਂ ਹੀ ਬੱਚੇ ਆਉਂਦੇ ਨੇ? ਮੋਸਟਲੀ ਬਿਲਕੁਲ ਮੈਂ ਜਿਵੇਂ ਕਿਹਾ ਵੀ 5-7 ਕਿਲੋਮੀਟਰ ਜਾਂ 10 ਕਿਲੋਮੀਟਰ ਤੋਂ ਹੀ ਆ ਰਹੇ ਆ, ਅਤੇ ਜਿਵੇਂ ਬੱਚੀਆਂ ਆ ਅਤੇ ਇਹਨਾਂ ਨੂੰ ਆਪਸ ਵਿੱਚ ਸ਼ੇਅਰ ਕਰ ਲੈਂਦੇ, ਰਾਈਡ ਸ਼ੇਅਰ ਕਰ ਲੈਂਦੇ ਆ। ਅਤੇ ਅਸੀਂ ਇਹ ਵੀ ਇਹਨਾਂ ਨਾਲ ਪ੍ਰੋਮਿਸ ਕੀਤਾ ਵੀ ਇਫ ਐਨੀ ਵਨ ਨੀਡ ਵੀ ਅਸੀਂ ਤੁਹਾਨੂੰ ਆਉਣ ਜਾਣ ਦਾ ਜ਼ਿੰਮਾ ਸਾਡਾ ਹੀ ਹੋਵੇਗਾ, ਕਿਉਂਕਿ ਰਾਤ ਦੇ ਕੰਮ ਦੇ ਵਿੱਚ ਸਪੈਸ਼ਲੀ ਬੱਚੀਆਂ ਦੇ ਔਰ ਪੇਰੈਂਟਸ ਦੀ ਜਿਹੜਾ ਸਿਕਿਉਰਿਟੀ ਹੁੰਦਾ ਆ, ਉਹ ਇੱਕ ਬਹੁਤ ਵੱਡਾ ਫੈਕਟ ਹੁੰਦਾ ਆ। ਅੱਜ ਵੀ ਸਾਡੀ ਇੰਟਰਵਿਊ ਸੀ ਅਤੇ ਉਹਦੇ ਵਿੱਚ ਨਵਾਂ ਸ਼ਹਿਰ ਤੋਂ ਹੀ ਉਹਨਾਂ ਦੇ ਮਦਰ ਆਏ ਸੀ। ਉਹ ਕਹਿੰਦੇ ਸੀ ਵੀ ਮੈਨੂੰ ਇੰਨਾ ਮੇਰੇ ਦਿਮਾਗ ਵਿੱਚ ਫੀਅਰ ਹੁੰਦਾ ਸੀ, ਮੈਂ ਆਪਣੀ ਬੇਟੀ ਦੇ ਨਾਲ ਚੰਡੀਗੜ੍ਹ ਜਾ ਕੇ ਰਹਿੰਦੀ ਹੁੰਦੀ ਸੀ ਵੀ ਜਦੋਂ ਉਹਨੇ ਕੰਮ ਕਰਨ ਜਾਣਾ, ਅਤੇ ਜਦੋਂ ਹੁਣ ਇੱਥੇ ਨਵਾਂ ਸ਼ਹਿਰ ਦੇ ਵਿੱਚ ਆਇਆ ਅਤੇ ਉਹ ਕਹਿੰਦੀ ਮੈਂ ਵੀ ਉਹ ਬੇਟੀ ਨੂੰ ਕਿਹਾ ਵੀ ਤੂੰ ਵਾਪਸ ਇੱਥੇ ਆ ਅਤੇ ਆਪਾਂ ਇੱਥੇ ਇੰਟਰਵਿਊ ਕਰਕੇ ਕਾਲ ਕਰਕੇ ਅਤੇ ਆਪਾਂ ਇੱਥੇ ਜੁਆਇਨਿੰਗ ਕਰੀਏ। ਅਤੇ ਸ਼ੀ ਇਜ਼ ਲਾਈਕ ਬਹੁਤ ਇੰਟੈਲੀਜੈਂਟ ਬੱਚੀ ਸੀ, ਅਤੇ ਸਾਨੂੰ ਵੀ ਖੁਸ਼ੀ ਹੋਈ ਜਦੋਂ ਬੱਚਾ ਇਹ ਦੱਸ ਰਿਹਾ ਕਿ ਮੈਂ ਚੰਡੀਗੜ੍ਹੋਂ ਜੋਬ ਛੱਡ ਕੇ ਵਾਪਸ ਇੱਥੇ ਨਵਾਂ ਸ਼ਹਿਰ ਆ ਕੇ ਅਤੇ ਜੋਬ ਕਰਨ ਨੂੰ ਆਈ ਹਾਂ। ਅਤੇ ਅਸੀਂ ਉਹਨਾਂ ਨੂੰ ਪ੍ਰਾਇਓਰਟੀ ਵੀ ਦਿੰਦੇ ਹਾਂ ਵੀ ਸਾਡੇ ਲੋਕਲ ਬੱਚੇ ਆ ਅਤੇ ਇਹਨਾਂ ਨੂੰ ਅਸੀਂ ਜ਼ਰੂਰ ਪ੍ਰਾਇਓਰਟੀ ਦੇਈਏ। ਵਰਕ ਲਾਈਫ ਬੈਲੈਂਸ ਦੇ ਉੱਤੇ ਬਹੁਤ ਸਾਰੀਆਂ ਡਿਸਕਸ਼ਨਸ ਹੁੰਦੀਆਂ ਨੇ, ਬਹੁਤ ਸਾਰੇ ਚਰਚਾਵਾਂ ਹੀ ਰਹਿੰਦੀਆਂ ਨੇ ਕਿ ਇੰਡੀਆ ਦੇ ਵਿੱਚ ਵਰਕ ਲਾਈਫ ਬੈਲੈਂਸ ਨਹੀਂ ਹੈ। ਜੇ ਤੁਸੀਂ ਕਿਸੇ ਕੰਪਨੀ ਦੇ ਵਿੱਚ ਲੱਗ ਜਾਂਦੇ ਹੋ, ਖਾਸ ਤੌਰ ਦੇ ਉੱਤੇ ਪ੍ਰਾਈਵੇਟ, ਤਾਂ ਕੰਪਨੀ ਕਹਿੰਦੇ ਨਿਚੋੜ ਲੈਂਦੀ ਹੈ। ਬਾਹਰਲੇ ਵਿਦੇਸ਼ਾਂ ਦੇ ਵਿੱਚ ਇਹ ਹੁੰਦਾ ਕਿ ਹਾਂ ਸੈਟਰਡੇ ਸੰਡੇ ਤੁਹਾਡੇ ਵਾਸਤੇ ਨੇ, ਤੁਸੀਂ ਆਪਣਾ ਕੰਮ ਕਰੋ, ਪਰ ਵਰਕ ਲਾਈਫ ਬੈਲੈਂਸ ਤੁਹਾਡੇ ਵਾਸਤੇ ਜ਼ਰੂਰ ਰਹੇਗਾ। ਤੁਹਾਡੇ ਵੱਲੋਂ ਧਿਆਨ ਦਿੱਤਾ ਜਾਂਦਾ ਹੈ ਵਰਕ ਲਾਈਫ ਬੈਲੈਂਸ ਦਾ? ਬਿਲਕੁਲ ਜੀ। ਅਸੀਂ ਜਿਹੜਾ ਅਸੀਂ ਆਪਣੀ ਨੇਚਰ ਦੇ ਅਨੁਸਾਰ ਵੀ ਸੁਭਾਅ ਜਿਹੜਾ ਹੁੰਦਾ ਨਾ, ਮੇਰਾ ਸੁਭਾਅ ਨਿਚੋੜਨ ਵਾਲਾ ਨਹੀਂ ਹੈਗਾ। ਪਹਿਲੀ ਗੱਲ, ਮੈਂ ਹਮੇਸ਼ਾ ਹੀ ਨਾ ਕਈ ਵਾਰੀ ਜਦੋਂ ਮੇਰੇ ਜਾਂ ਕੋਈ ਫਰੈਂਡ ਸਰਕਲ ਉਹ ਕਹਿੰਦੇ ਯਾਰ ਤੂੰ ਤਨਖਾਹ ਬਹੁਤ ਜ਼ਿਆਦਾ ਦਿੰਦਾ ਆ, ਅਤੇ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਮੈਂ ਨਹੀਂ ਦਿੰਦਾ, ਮੇਰੇ ਇੰਪਲੋਈ ਮੈਨੂੰ ਪੈਸਾ ਬਹੁਤ ਕਮਾ ਕੇ ਦਿੰਦੇ ਆ। ਸੋ ਉਹੀ ਚੀਜ਼ ਨੂੰ ਅਸੀਂ ਮੱਦੇ ਨਾਲ ਰੱਖਦੇ ਹੋਏ ਸਾਡਾ ਜਿਹੜਾ ਕੰਮ ਵੀ ਆ ਮੰਡੇ ਥਰੂ ਫਰਾਈਡੇ ਹੀ ਆ, ਕੋਈ ਸੈਚਰਡੇ ਸੰਡੇ ਨਹੀਂ ਹੈਗਾ। ਪਰ ਜੇ ਸਾਨੂੰ ਇਨ ਕੇਸ ਕੋਈ ਲੋੜ ਪਵੇ ਸੋ ਵੀ ਮੇਕ ਸ਼ੋਰ ਵੀ ਪੇ ਦਾ ਐਕਸਟਰਾ ਟਾਈਮ ਜਿਹੜਾ ਉਹਦੇ ਲਈ ਸਾਨੂੰ ਜਿਹੜਾ ਉਹਨਾਂ ਦਾ ਬੱਚਿਆਂ ਦਾ ਐਕਸਟਰਾ ਆਵਰਸ ਆ ਉਹ ਅਸੀਂ ਪੇ ਕਰਾਂਗੇ। ਪਰ ਸਾਡਾ ਕੰਮ ਬਿਲਕੁਲ ਸਿੰਪਲ ਹੈ, ਮੰਡੇ ਥਰੂ ਫਰਾਈਡੇ ਜਿਹੜਾ ਅਮਰੀਕਨ ਟਾਈਮ 'ਚ 8 to 5 ਹੋਣਾ ਆ। ਅਤੇ ਅਸੀਂ ਇਸੇ ਕਰਕੇ ਜਿਵੇਂ ਮੈਂ ਕਿਹਾ ਵੀ 7 ਤੋਂ 4 ਅਤੇ ਬੱਚਿਆਂ ਨੂੰ 15-15 ਮਿੰਟ ਟੀ ਬ੍ਰੇਕ ਹੋ ਗਈ, ਲੰਚ ਬ੍ਰੇਕ ਹੋ ਗਈ, ਅਸੀਂ ਪੂਰਾ ਇਹਨਾਂ ਦਾ ਕੈਫੇਟੇਰੀਆ ਬਣਾ ਕੇ ਦੇ ਰਹੇ ਹਾਂ, ਅਤੇ ਤਾਂ ਕਿ ਵੀ ਜਿਹੜਾ ਆ ਇਹ ਆਪਣੀ ਚਾਹ ਰੋਟੀ ਪਾਣੀ ਪੂਰਾ ਪ੍ਰੋਪਰ ਟਾਈਮ ਦੇ ਨਾਲ ਦੇਖਿਆ ਬਾਹਰ ਬੈਡਮਿੰਟਨ ਨੈਟ ਵੀ ਲਾਇਆ, ਰੀਕ੍ਰੀਏਸ਼ਨਲ ਐਕਟੀਵਿਟੀਜ਼ ਵੀ ਆ ਕੇ। ਹਾਂ, ਹੁਣ ਵਾਲੀਬਾਲ ਵੀ ਇਹ ਕਹਿੰਦੇ ਵੀ ਸਾਨੂੰ ਇੱਕ ਵੀ ਬਣਾ ਕੇ ਦੇਵੋ ਗਰਾਊਂਡ, ਅਤੇ ਅਸੀਂ ਉਹ ਵੀ ਬਣਾਵਾਂਗੇ, ਕਿਉਂਕਿ ਸਪੋਰਟਸ ਜਿਹੜਾ ਬੱਚੇ ਨੂੰ ਉਹਦੇ ਦਿਮਾਗ ਨੂੰ ਫੋਕਸ ਕਰਨ ਲਈ, ਉਹਦੀ ਰਿਲੈਕਸੇਸ਼ਨ ਜੇ ਦਿਨ ਭਰ ਕੁਛ ਵੀ ਉਹ ਜਿਹਦੇ ਫੈਮਿਲੀ 'ਚ ਰਹਿੰਦਾ ਜਾਂ ਕੁਛ ਹੁੰਦਾ ਆ, ਅਤੇ ਜਿਹੜੀ ਸਪੋਰਟਸ ਆ ਉਹਨੂੰ ਉਹ ਐਨਰਜੀ ਦਿੰਦੀ ਆ। ਅਤੇ ਅਸੀਂ ਇਸੇ ਕਰਕੇ ਜਿਹੜਾ ਹਲੇ ਬੈਡਮਿੰਟਨ ਦਾ ਸ਼ੁਰੂ ਕੀਤਾ ਆ, ਅਤੇ ਜੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਜੇ ਹੋਰ ਵੀ ਰਿਕੁਆਇਰਡ ਕਰੂਗੇ, ਵੈਸੇ ਮੈਨੂੰ ਇਹ ਕਹਿੰਦੇ ਸੀ ਵੀ ਵਾਲੀਬਾਲ ਦਾ ਸਾਨੂੰ ਜ਼ਰੂਰ ਬਣਾ ਦਿਓ। ਚੰਗੀ ਗੱਲ ਹੈ, ਕਿਉਂਕਿ ਜੇ ਅਸੀਂ ਵੱਡੀਆਂ ਕੰਪਨੀਆਂ ਦੀ ਗੱਲ ਕਰਦੇ ਹਾਂ, ਉਹਨਾਂ ਦੇ ਆਫਿਸਿਸ ਦੀ ਗੱਲ ਕਰਦੇ ਹਾਂ, ਬੜਾ ਇੱਕ ਹੈਲਦੀ ਜਿਹਾ ਇਨਵਾਇਰਮੈਂਟ ਰਹਿੰਦਾ ਉੱਥੇ। ਈਵਨ ਕਿ ਕਈ ਥਾਵਾਂ ਦੇ ਤਾਂ ਉੱਥੇ ਤੁਸੀਂ ਆਪਣੇ ਪੈਟਸ ਲੈ ਕੇ ਜਾ ਸਕਦੇ ਹੋ, ਬੱਚਿਆਂ ਵਾਸਤੇ ਸਪੈਸ਼ਲ ਕ੍ਰੈਚ ਹੁੰਦੇ ਨੇ। ਤਾਂ ਜੇ ਇਹੋ ਜਿਹੇ ਇਨਵਾਇਰਮੈਂਟ ਮਿਲਣ ਲੋਕਾਂ ਨੂੰ ਔਰ ਖਾਸ ਤੌਰ ਦੇ ਉੱਤੇ ਇੰਪਲੋਇਜ਼ ਨੂੰ, ਤਾਂ ਮੈਨੂੰ ਲੱਗਦਾ ਕਿ ਉਹ ਵਧੀਆ ਬੈਲੈਂਸ ਰਹਿੰਦਾ ਹੈ। ਦੇਖੋ ਮੈਂ ਗੁਰੂ ਸਾਹਿਬ ਕਹਿੰਦੇ ਦਾਵਾ ਕੋਈ ਚੀਜ਼ ਨਹੀਂ ਹੁੰਦੀ, ਪਰ ਮੈਂ ਇੱਕ ਜ਼ਿੰਦਗੀ 'ਚ ਅੱਖਰ ਸਿੱਖਿਆ। ਮੈਂ 2011 ਵਿੱਚ ਇੱਕ ਸਕੂਲ ਬਣਾਇਆ CBSE, ਅਤੇ ਕਿਉਂਕਿ ਮੈਂ ਐਜੂਕੇਟਡ ਪਰਸਨ ਨਹੀਂ ਹੈਗਾ, ਅਤੇ ਮੈਨੂੰ ਇੱਕ ਮੇਰੇ ਚੈਲੰਜ ਸੀ ਲਾਈਫ ਦੇ ਵਿੱਚ ਵੀ ਤੂੰ ਤਾਂ ਪੜ੍ਹਿਆ ਨਹੀਂ, ਤੂੰ ਸਕੂਲ ਕਿਉਂ ਬਣਾਉਣ ਲੱਗਾ। ਅਤੇ ਮੈਂ ਇਹਦੇ ਡਿਸਕਸ ਬੰਦੇ ਨਾਲ ਕਰਦਾ ਸੀ, ਮੈਂ ਕਿਹਾ ਯਾਰ ਇਹ ਕਿਵੇਂ ਹੋ ਰਿਹਾ ਆ। ਕਹਿੰਦਾ ਭਾਅ ਜੀ ਲਾਈਫ ਦੇ ਵਿੱਚ ਇੱਕ ਵਿਜ਼ਨ ਚਾਹੀਦਾ ਆ। ਅਤੇ ਮੈਂ ਸ਼ੁਰੂ 'ਚ ਕਿਹਾ ਸੀ ਵੀ ਪੰਜਾਬ ਕਿਉਂ ਪਛੜ ਗਿਆ, the politician we have
ਉਹਨਾਂ ਦੇ ਕੋਲ ਵਿਜ਼ਨ ਨਹੀਂ ਸੀ ਵੀ ਪੰਜਾਬ ਦੇ ਵਿੱਚ ਸਮੇਂ ਦੇ ਹਾਣੀ ਨੌਕਰੀਆਂ ਨੂੰ ਕਿਵੇਂ ਲਿਆਂਦਾ ਜਾਵੇ। ਜੇ ਬੰਗਲੌਰ, ਹੈਦਰਾਬਾਦ ਜਾਂ ਅਸੀਂ ਮਨੀਲਾ ਵਰਗੀਆਂ, ਫਿਲੀਪੀਨ ਵਰਗੀਆਂ ਕੰਟਰੀ ਜਿਹੜੇ ਆਊਟਸੋਰਸ ਤੇ ਆਪਣੇ ਦੇਸ਼ ਨੂੰ ਜਿਨ੍ਹਾਂ ਨੇ ਬਹੁਤ ਤਰੱਕੀਆਂ ਤੇ ਲੈ ਗਏ, ਕਿਉਂਕਿ ਜਿਹੜਾ ਯੂਰਪੀਅਨ, ਅਮਰੀਕਨ, ਕੈਨੇਡੀਅਨ ਜਿਹੜਾ ਕਲਚਰ ਸੀ, ਉੱਥੇ ਤਨਖਾਹਾਂ ਡਾਲਰ ਵੈਲਿਊ ਹੋਣ ਕਰਕੇ ਉਹਨਾਂ ਨੂੰ ਇਹ ਆ ਵੀ ਅਸੀਂ ਕਸਟਮਰ ਕੇਅਰ ਜਿੰਨੇ ਵੀ ਮੈਕਸਿਮਮ ਹੋਣ ਤੇ ਉਹ ਅਸੀਂ ਆਈਟੀ ਇੰਡਸਟਰੀ ਨੂੰ ਆਊਟਸੋਰਸ ਕਰੀਏ। ਅਸੀਂ ਉਹਦੇ ਪਛੜ ਗਏ। ਪਰ ਮੇਰਾ ਆਪਣਾ ਨਿੱਜੀ ਹੈ, ਜਿਵੇਂ ਮੈਂ ਕਿਹਾ ਵੀ ਦਾਅਵਾ ਨਹੀਂ ਕਰ ਸਕਦੇ, ਪਰ ਮੇਰੀ ਇਹ ਆ ਵੀ ਇਸ ਪਿੰਡ ਦੇ ਵਿੱਚ ਵੀ ਆਉਣ ਵਾਲੇ 2-3 ਸਾਲ ਦੇ ਵਿੱਚ ਪੂਰੀ ਵੱਡੀ ਬਿਲਡਿੰਗ ਹੋਊਗੀ 100 ਬਾਈ 100 ਦੀ ਐਟਲੀਸਟ, ਤੇ ਘੱਟੋ ਘੱਟ 200-300 ਬੱਚਾ ਜਿਹੜਾ ਉਹਦੇ ਵਿੱਚ ਕੰਮ ਕਰੂਗਾ। ਸੋ ਪ੍ਰਮਾਤਮਾ ਵੀ ਸਾਡੇ ਤੇ ਕਿਰਪਾ ਕਰੇ ਕਿ ਅਸੀਂ ਆਪਣੇ ਪੰਜਾਬ ਨੂੰ ਬਚਾਉਣ ਦੇ ਲਈ, ਪੰਜਾਬ ਦੇ ਵਿੱਚ ਨੂੰ ਖੁਸ਼ਹਾਲ ਕਰਨ ਦੇ ਲਈ ਆਪਣਾ ਯੋਗਦਾਨ ਪਾ ਸਕੀਏ। ਚੰਗਾ ਉਪਰਾਲਾ, ਔਰ ਅਸੀਂ ਚਾਹੁੰਦੇ ਹਾਂ ਕਿ ਇਹ ਇਸੇ ਤਰੀਕੇ ਨਾਲ ਵੱਧਦਾ ਰਹੇ। ਤਾਂ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਇਹਨਾਂ ਦੇ EMPLOYEES ਹੈ ਉਹ ਲਗਾਤਾਰ ਕੰਮ ਕਰ ਰਹੇ ਨੇ। ਤਾਂ ਤੁਹਾਡੀ ਵਰਕ ਪ੍ਰੋਫਾਈਲ ਕੀ ਰਹਿੰਦੀ ਹੈ, ਕਿਸ ਤਰੀਕੇ ਨਾਲ ਤੁਸੀਂ ਇੱਥੇ ਕੰਮ ਕਰਦੇ ਹੋ? ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੇਰੀ ਇੱਥੇ ਵਰਕ ਪ੍ਰੋਫਾਈਲ ਜਿਹੜੀ ਆ ਇਨਵੋਇਸਿੰਗ ਆ, ਐਜ਼ ਵੈਲ ਐਜ਼ ਸੇਲਸ ਟੀਮ 'ਚ ਆ ਮੈਂ। ਸੋ ਇੱਥੇ ਅਸੀਂ ਡਿਫਰੈਂਟ ਕੰਪਨੀਜ਼ ਤੋਂ, ਜੋ ਅਮਰੀਕਨ ਕੰਪਨੀਜ਼ ਨੇ, ਉਹਨਾਂ ਦੇ ਲੋਡਿੰਗ ਦੇ ਵਰਕ ਪੇਪਰਸ ਆਉਂਦੇ, ਅਸੀਂ ਉਹਦੀ ਇਨਵੋਇਸਿੰਗ ਕਰਨੀ ਹੁੰਦੀ ਹੈ ਸਰ। ਔਰ ਜੇ ਤੁਹਾਡੀ ਕੁਆਲੀਫਿਕੇਸ਼ਨ ਦੀ ਗੱਲ ਕਰਾਂ, ਔਰ ਜੇ ਇੱਥੇ ਰਿਹਾਇਸ਼ ਦੀ ਗੱਲ ਕਰਾਂ, ਤਾਂ ਕੀ ਨਵਾਂ ਸ਼ਹਿਰ ਨੂੰ ਹੀ ਬਿਲੋਂਗ ਕਰਦੇ ਹੋ? ਸਰ ਮੈਂ ਲੁਧਿਆਣਾ ਤੋਂ ਬਿਲੋਂਗ ਕਰਦੀ ਹਾਂ। ਸੋ ਮੈਂ ਇੱਥੇ ਸ਼ਿਫਟ ਕੀਤਾ ਬਿਕੋਜ਼ ਆਫ ਦੀ ਇੰਟਰੈਕਸ਼ਨ, ਦੀ ਫਰਸਟ ਇੰਟਰੈਕਸ਼ਨ ਵਿਦ ਬਰਜਿੰਦਰ ਸਰ ਐਂਡ ਦੀ ਇੰਚਾਰਜ ਮੈਂਬਰਸ Kiran ma'am, Kamal sir and Harpreet sir. That impresses me the most, which makes me to shift here. The staff is so much cooperative. I am very happy, and even though I suggest the other youth of the Punjab to join us, so that is the. ਅਦਰਵਾਈਜ਼ ਸੁਪਨਾ ਕੀ ਸੀ, ਜੇ ਇੱਥੇ ਨੌਕਰੀ ਨਾ ਹੁੰਦੀ ਤਾਂ ਕਿੱਥੇ ਜਾਣਾ ਸੀ? I was shifting to Chandigarh or maybe Mohali in logistic or BPO, but I am very happy that I have got an opportunity. So I. ਬਾਹਰ ਜਾਣ ਦਾ ਨਹੀਂ ਸੁਪਨਾ ਸੀਗਾ? ਨਹੀਂ ਸਰ, ਇੱਦਾਂ ਦਾ ਕੁਛ ਨਹੀਂ। ਬਾਹਰਲੀ ਕੰਪਨੀ 'ਚ ਹੁਣ ਕੰਮ ਕਰ ਰਹੇ ਹੋ? ਹਾਂਜੀ ਸਰ, ਬਿਲਕੁਲ। ਤਾਂ ਆ ਤੁਸੀਂ ਵੇਖ ਸਕਦੇ ਹੋ ਸਾਰਾ ਇਹਨਾਂ ਦਾ ਇਸ ਵੇਲੇ ਕੰਮ ਚੱਲ ਰਿਹਾ। ਤਾਂ ਪਹਿਲਾਂ ਤਾਂ ਮਾਫੀ ਵੀ ਚਾਹਾਂਗੇ, ਤੁਹਾਨੂੰ ਡਿਸਟਰਬ ਕਰ ਰਹੇ ਹਾਂ ਅਸੀਂ। ਕਿਵੇਂ ਔਰ ਕਿੱਥੋਂ ਤੁਸੀਂ ਬਿਲੋਂਗ ਕਰਦੇ ਹੋ? ਸਰ ਮੈਂ ਬੜਾ ਚੋਰ ਤੋਂ ਬਿਲੋਂਗ ਕਰਦਾ। ਇੱਥੇ ਨਾਲ ਹੀ ਲਾਗੇ ਹੀ ਹੈਗੇ। ਹਾਂਜੀ ਸਰ। ਸੈਟੀਸਫਾਈਡ ਹੈਗੀ ਹੋ ਕਿ ਜੋ ਪੜ੍ਹਾਈ ਕੀਤੀ ਔਰ ਉਸੇ ਦੇ ਹਿਸਾਬ ਦੇ ਨਾਲ ਨੌਕਰੀ ਮਿਲ ਗਈ ਹੈ, ਤਨਖਾਹ ਮਿਲ ਰਹੀ ਹੈ? ਹਾਂਜੀ ਸਰ, ਬਹੁਤ ਜ਼ਿਆਦਾ ਸੈਟੀਸਫਾਈਡ। ਕੀ ਸੋਚਿਆ ਕੀ ਸੀਗਾ, ਏਮ ਕੀ ਸੀਗਾ, ਡ੍ਰੀਮ ਕੀ ਸੀਗਾ? ਸਰ ਮੈਂ ਬਾਹਰ ਦਾ ਟਰਾਈ ਕੀਤਾ ਸੀ, ਫਿਰ ਮੇਰੀ ਰਿਫਿਊਜ਼ਲ ਲੱਗ ਗਈ ਸੀ, ਤੇ ਫਿਰ ਮੈਨੂੰ ਫਰੈਂਡ ਨੇ ਸੁਜੈਸਟ ਕੀਤਾ ਕਿ ਇੱਥੇ ਜਾ ਕੇ ਆਓ, ਤੇ ਫਿਰ ਮੈਂ ਇੰਟਰਵਿਊ ਦਿੱਤੀ, ਤਾਂ ਮੈਂ ਨਿਊ ਜੁਆਇਨਿੰਗ ਹਾਂ ਸਰ। ਹਾਂਜੀ। ਔਰ ਤੁਸੀਂ ਕੀ ਕਰਦੇ ਹੋ ਇੱਥੇ? ਹਾਂਜੀ, ਮੈਂ ਵੀ ਇੱਥੇ ਸਰ ਇਨਵੋਇਸਿੰਗ ਕਰਦਾ ਹਾਂ। ਜਿੰਨਾ ਵੀ ਬਾਹਰਲਾ ਉਹਨਾਂ ਦਾ ਬਿਜ਼ਨਸ ਦਾ ਪੇਪਰ ਵਰਕ ਆਉਂਦਾ ਆ, ਉਹ ਸਾਰਾ ਮੈਂ ਮੈਨੇਜ ਕਰਦਾ ਹਾਂ, ਅਤੇ ਮੇਰੇ ਟੀਮਮੇਟ ਨਾਲ ਹੀ ਮੈਨੇਜ ਕਰਦੇ। ਤੁਸੀਂ ਵੀ ਇੱਥੋਂ ਦੀ ਹੋ? ਹਾਂਜੀ, ਅਸੀਂ ਲੋਕਲ ਹਾਂਜੀ, ਅਤੇ ਮੈਂ MVS ਦੀ ਜਿੱਦਾਂ ਟਰੱਕਿੰਗ ਕੰਪਨੀ, ਉਹਨਾਂ ਦੀ ਇਨਵੋਇਸਿੰਗ ਕਰਦੇ ਹਾਂ, ਅਤੇ ਜਿੰਨੀ ਵੀ ਇਨਵੋਇਸਿੰਗ ਆਉਂਦੀ ਉਹਨਾਂ ਨੂੰ ਅਸੀਂ ਇੰਸਟੈਂਟ ਪੇ ਕਰਦੇ, ਇੰਸਟੈਂਟ ਫੰਡਿੰਗ ਕਰਦੇ ਹਾਂ ਅਸੀਂ ਉਹਨਾਂ ਦੀ ਟਰੱਕਾਂ ਦੀ। ਹਾਂਜੀ। ਕਿੰਨਾ ਟਾਈਮ ਹੋ ਗਿਆ ਇੱਥੇ ਜੌਬ ਕਰਦੇ? ਮੈਨੂੰ 2 ਮੰਥ ਹੋ ਗਏ। ਹਾਂਜੀ। ਤਾਂ ਕਿੰਨਾ ਕੁ ਟਾਈਮ ਇਸ ਪੂਰੇ ਆਫਿਸ ਨੂੰ ਸ਼ੁਰੂ ਹੋਏ ਨੂੰ ਹੋਇਆ ਜੀ? ਸਾਨੂੰ ਓਵਰਆਲ 3 ਮਹੀਨੇ ਹੋ ਗਏ ਜੀ, ਤੇ ਪਰ ਜਿਹੜਾ ਬੱਚਿਆਂ ਨੂੰ ਅਸੀਂ ਜਿਹੜਾ ਸ਼ੁਰੂ ਹੋਇਆ ਇਹ 2 ਮਹੀਨੇ ਤੋਂ ਅਸੀਂ ਹੋ ਗਏ, ਕੰਪਲੀਟ ਹੋ ਗਏ ਜੀ ਇਹਨਾਂ ਤੇ। ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ? ਇੱਥੋਂ ਦੇ ਰਹਿਣ ਵਾਲੇ ਹੋ? ਮੈਂ ਬੰਗਿਆਂ ਤੋਂ ਰਹਿਣ ਵਾਲੀ ਹਾਂ। ਹਾਂਜੀ। ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਜੌਬ ਕਰਦੇ ਨੂੰ? ਮੈਨੂੰ 2 ਮਹੀਨੇ ਹੋ ਗਏ ਇੱਥੇ ਕੰਮ ਕਰਦਿਆਂ ਨੂੰ। ਹਾਂਜੀ। ਕਿਵੇਂ ਕੀ ਪ੍ਰੋਫਾਈਲ ਰਹਿੰਦੀ ਹੈ, ਔਰ ਕਿਵੇਂ ਤੁਸੀਂ ਆਪਣੇ ਏਮ ਨੂੰ, ਆਪਣੇ ਡ੍ਰੀਮ ਨੂੰ ਅੱਗੇ ਵਧਾਉਂਦੇ ਹੋਏ ਨਜ਼ਰ ਆ ਰਹੇ ਹੋ? ਵੈਸੇ ਮੇਰੇ ਡ੍ਰੀਮਸ ਕੁਛ ਹੋਰ ਸੀ, ਪਰ ਜ਼ਿੰਦਗੀ ਨੇ ਇੱਥੇ ਲੈ ਆਂਦਾ। ਪਤਾ ਨਹੀਂ ਕਿ ਧੱਕੇ ਨਾਲ ਕੰਮ ਕਰ ਰਹੇ ਹੋ? ਨਹੀਂ ਮੈਨੂੰ ਪਹਿਲਾਂ ਮੈਨੂੰ ਲੱਗਿਆ ਸੀ ਕਿ ਸ਼ਾਇਦ ਕੁਛ ਡਿਫਰੈਂਟ ਚੀਜ਼ ਆ ਮੇਰੇ ਲਈ। ਮੈਂ ਬਾਏ ਪ੍ਰੋਫੈਸ਼ਨ ਮੈਂ ਇੱਕ ਫਾਰਮਾਸਿਸਟ ਹਾਂ, ਤਾਂ ਇਹ ਬਿਲਕੁਲ ਅਲੱਗ ਚੀਜ਼ ਸੀ, ਫਾਈਨੈਂਸ ਵਾਲੀ। ਚੰਗੀ ਗੱਲ ਹੈ, ਕੋਈ ਬਿਮਾਰ ਹੋ ਜਾਂਦਾ ਹੋਊਗਾ, ਦਵਾਈ ਦੇ ਦਿੰਦੇ ਹੋਵੋਗੇ ਤੁਸੀਂ? ਹਾਂਜੀ, ਬਿਲਕੁਲ ਇੱਦਾਂ ਤੇ ਹੈ। ਅਤੇ ਮੈਨੂੰ ਇਹ ਚੈਲੰਜ ਲੱਗਿਆ ਸੀਗਾ ਕਿ ਇੱਕ ਡਿਫਰੈਂਟ ਕੰਮ ਆ, ਪਰ ਮੈਨੂੰ ਕੌਨਫੀਡੈਂਸ ਸੀਗਾ ਕਿ ਮੈਂ ਕਰ ਸਕਦੀ ਹਾਂ, ਐਂਡ ਆਈ ਐਮ ਡੂਇੰਗ ਪ੍ਰੀਟੀ ਵੈਲ ਇਨ ਦਿਸ। ਲੈਂਦੇ ਨੇ ਇਹ ਫਿਰ ਤੁਹਾਡੇ ਤੋਂ ਸਲਾਹ ਲੈਂਦੇ ਨੇ? ਹਾਂਜੀ, ਬਿਲਕੁਲ, ਮੈਂ ਸਾਰਿਆਂ ਨੂੰ ਸਲਾਹ ਦੇ ਦਿੰਦੀ ਹਾਂ। ਤਾਂ ਇਹ ਪੂਰੀ ਟੀਮ ਹੈ, ਔਰ 3 ਮਹੀਨੇ ਪਹਿਲਾਂ ਹੀ ਇਸ ਆਫਿਸ ਨੂੰ ਸ਼ੁਰੂ ਕੀਤਾ, ਔਰ ਹੁਣ ਇੱਥੇ ਇਸ ਤਰੀਕੇ ਦੇ ਨਾਲ ਇਹ ਨੌਜਵਾਨ ਕੰਮ ਕਰ ਰਹੇ ਨੇ। ਤੁਹਾਡਾ ਵੀ ਇਨਵੋਇਸ ਦੇ ਉੱਤੇ ਹੀ ਰਹਿੰਦਾ ਕੰਮ? ਨਹੀਂ ਸਰ, ਮੇਰਾ ਮੇਨ ਰੋਲ ਹੈ ਕਲੈਕਸ਼ਨ ਏਜੰਟ ਦਾ ਹੈ। ਜੋ ਵੀ ਇੱਕ ਤਰ੍ਹਾਂ ਆਪਾਂ ਪਹਿਲਾਂ ਮੈਂਸ਼ਨ ਕੀਤਾ ਕਿ ਫਾਈਨੈਂਸ ਦਾ ਕੰਮ ਹੈ ਇੱਕ ਤਰ੍ਹਾਂ, ਉਹ ਤੋਂ ਕਿਸੇ ਉਹ ਤਰ੍ਹਾਂ ਉਹ ਵਾਪਸ ਵੀ ਪੈਸੇ ਬਣਾਉਣੇ ਹੁੰਦੇ ਆ, ਅਤੇ ਇਸ ਲਈ ਜੋ ਵੀ ਆਪਾਂ ਪੇਮੈਂਟ ਪਹਿਲਾਂ ਇੰਸਟੈਂਟ ਪੇ ਕਰਦੇ ਹਾਂ, ਤਾਂ ਉਸ ਤੋਂ ਬਾਅਦ ਆਪਾਂ ਜੋ ਬੈਕ ਕਰਨਾ, ਤਾਂ ਉਹ ਮੇਨ ਰੋਲ ਮੇਰਾ ਹੈ ਸਰ, ਐਜ਼ ਏ ਕਲੈਕਸ਼ਨ ਏਜੰਟ ਸਰ ਵਰਕ ਕਰ ਰਿਹਾ। ਜਿਹੜੇ ਬੈਂਕ ਵਾਲੇ ਆ ਕੇ ਗਰਾਈਆਂ ਕਰਦੇ ਹੁੰਦੇ ਨੇ, ਪੈਸੇ ਇਕੱਠੇ ਕਰਦੇ ਨੇ, ਉਹ ਕੰਮ ਤੁਹਾਡਾ ਹੈ? ਇੱਕ ਤਰ੍ਹਾਂ ਇਸ ਤਰ੍ਹਾਂ ਹੀ ਰੱਖ ਲਓ ਸਰ।
ਬਿਲਕੁਲ ਲੀਗਲਾਈਜ਼ ਯੂਐਸ ਦੇ ਵਿੱਚ ਬੜਾ ਸਟਰੋਂਗ ਸਿਸਟਮ ਹੈ ਫੈਕਟਰਿੰਗ ਵਾਲਿਆਂ ਦਾ। ਤੇ ਤੁਸੀਂ ਮੋਸਟਲੀ ਜਿਹੜਾ ਬ੍ਰੋਕਰ ਹੁੰਦਾ ਆ ਉਹ 30 ਡੇਜ਼ ਜਾਂ 40 ਡੇਜ਼ ਪੇ ਕਰਦਾ ਆ। ਅਸੀਂ ਉਸ ਟਰਾਂਸਪੋਰਟੇਸ਼ਨ ਕੰਪਨੀ ਦੀ ਅਕਾਊਂਟ ਰਿਸੀਵੇਬਲ ਬਾਏ ਕਰ ਲੈਂਦੇ ਆ ਤੇ ਅਸੀਂ ਉਹਨਾਂ ਨੂੰ ਇਨਸਟੈਂਟ ਸੇਮ ਡੇ ਪੈਸੇ ਪ੍ਰੋਵਾਈਡ ਫੰਡਿੰਗ ਕਰਨੀ ਹੁੰਦੀ ਆ। ਤੇ ਵਾਟ ਐਵਰ ਦਾ ਕਲੈਕਸ਼ਨ ਫਰੋਮ ਦਾ ਬ੍ਰੋਕਰ ਉਹ 30 ਦਿਨ ਉਹਨਾਂ ਦੇ ਟਰਮਸ ਆ ਜਾਂ 40 ਦਿਨ ਟਰਮਸ ਆ, ਉਹ ਅਸੀਂ ਫਿਰ ਸਾਡੇ ਆਟੋਮੈਟਿਕ ਹੀ ਸਾਡੇ ਵਿੱਚ ਆ ਜਾਂਦੇ ਆ। ਤੇ ਕੀ ਇਹਨਾਂ ਦਾ ਕੰਮ ਹੁੰਦਾ ਕਿ ਰਿਮਾਈਂਡਰਸ ਦੇਣੇ? ਮੋਸਟਲੀ ਇਹਨਾਂ ਦਾ ਰਿਮਾਈਂਡਰਸ ਆ ਵੀ ਉਹਨਾਂ ਨੂੰ ਫੋਲੋ ਅਪ ਹੈ। ਜੇ ਬ੍ਰੋਕਰ ਕਹਿੰਦਾ ਵੀ ਮੈਨੂੰ ਆ ਕੋਈ ਚੀਜ਼ ਮਿਸਿੰਗ ਆ ਤਾਂ ਉਹ ਇਹ ਜਿਹੜੀ ਟੀਮ ਆ ਉਹ ਇਹ ਪ੍ਰੋਵਾਈਡ ਕਰਾਉਗੇ ਵੀ ਜਿਹੜਾ ਵੀ ਕੋਈ ਵੀ ਪੇਪਰ ਵਰਕ ਮਿਸਿੰਗ ਹੈ ਤੇ ਬਸ ਫੋਲੋ ਅਪ ਹੀ ਮੇਨ ਆ ਵੀ ਉਹਨਾਂ ਨੂੰ ਫੋਲੋ ਅਪ ਕਰਨਾ ਹੈ। ਕੋਈ ਅਜਿਹੇ ਇਹਨਾਂ 'ਚ ਅਜਿਹਾ ਵੀ ਹੈ ਕੋਈ ਜੋ ਕੋਈ ਪਾਰਟ ਟਾਈਮ ਵੀ ਜੌਬ ਕਰ ਰਿਹਾ ਕਿ ਦਿਨੇ ਸਵੇਰੇ ਕੁਝ ਹੋਰ ਕਰਦੇ ਹੋਣ ਔਰ ਰਾਤੀ, ਕਿਉਂਕਿ ਇੱਥੇ ਦੀ ਸ਼ਿਫਟ ਵਿਦੇਸ਼ ਦੇ ਹਿਸਾਬ ਦੇ ਨਾਲ ਹੈ ਤਾਂ ਇੱਥੇ ਪਾਰਟ ਟਾਈਮ ਕਰ ਰਹੇ? ਵੈਸੇ ਦੇਖੋ ਬੱਚੇ 10 ਤੇ ਘੱਟ ਹੁੰਦੇ ਆ ਤੇ ਪਰ ਇਹਨਾਂ ਕੋਲ ਵਰਕਲੋਡ ਕਾਫੀ ਆ ਵੀ ਸਵੇਰੇ ਜਦੋਂ 4 ਵਜੇ ਜਾਣਾ ਆ ਫਿਰ ਘਰ ਜਾ ਕੇ ਸੌਣਾ ਆ। ਸ਼ਾਇਦ ਕਰਦੇ ਵੀ ਹੋਗੇ ਪਰ ਅਸੀਂ ਕਿਸੇ ਨੂੰ ਵੀ ਫੋਰਸ ਨਹੀਂ ਕਰਦੇ ਹੈਗੇ ਵੀ ਜੇ ਉਹਦੀ ਸਰੀਰ ਉਹਨੂੰ ਅਲਾਓ ਕਰਦਾ ਆ ਸੋ ਦੇ ਕੈਨ ਡੂ ਪਾਰਟ ਟਾਈਮ। ਬਟ ਸਾਡੇ ਕੋਲ ਜਿਹੜੇ ਵੀ EMPLOYEE ਸਾਰੇ ਫੁੱਲ ਟਾਈਮ ਹੀ ਆ। ਜੀ ਜੀ ਸਾਡੇ ਕੋਲ ਫੁੱਲ ਟਾਈਮ। ਤਾਂ ਬਾਹਰਲੇ ਪਾਸੇ ਤੁਸੀਂ ਦੱਸ ਰਹੇ ਸੀ ਕਿ ਕੈਫੇਟੇਰੀਆ ਔਰ ਖਾਸ ਤੌਰ ਦੇ ਉੱਤੇ ਜੋ ਇਹਨਾਂ ਦੇ ਰੀਕ੍ਰੀਏਸ਼ਨਲ ਐਕਟੀਵਿਟੀਜ਼ ਵਾਸਤੇ ਬਣਾਇਆ। ਜੀ 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 ਹਲੇ ਬਿਲਕੁਲ ਕਿਉਂਕਿ ਇਹ ਆਫਿਸ ਨਵਾਂ ਸ਼ੁਰੂ ਹੋਇਆ ਤੇ ਅਸੀਂ ਜਿਹੜਾ ਕੈਫੇਟੇਰੀਆ ਦੇ ਨਾਲ ਆਪਣਾ ਮੀਟਿੰਗ ਰੂਮ ਬਣਾ ਰਹੇ ਆ ਤੇ ਜਿਹੜਾ ਇਹ 1.5 ਏਕੜ ਅਸੀਂ ਜਗ੍ਹਾ ਨੂੰ ਜਿਹੜਾ ਅਸੀਂ ਕੀਤਾ ਜੀ ਇਹਦੀ ਲੈਂਡਸਕੇਪਿੰਗ ਦਾ ਕੰਮ ਸ਼ੁਰੂ ਹੋ ਗਿਆ ਤੇ ਬੈਡਮਿੰਟਨ ਦੀ ਗਰਾਊਂਡ ਬੜੀ ਟੈਂਪਰੇਰੀ ਅਸੀਂ ਇਹ ਮੋਰੇ ਬਣਾ ਲਈ ਹੈ ਜੀ। ਪਾਰਕਿੰਗ ਤੇ ਹੋਰ ਉਹਦੇ ਹਿਸਾਬ ਦੇ ਨਾਲ ਸਾਰਾ ਤਿਆਰੀ ਕਰ ਰਹੇ ਹਾਂ ਜੀ। ਕਾਫੀ ਕਿਉਂਕਿ ਪੀਸਫੁਲ ਏਰੀਆ ਹੈ, ਆਸ-ਪਾਸ ਖੇਤ ਨੇ, ਪਿੰਡ ਦੇ ਵਿੱਚ ਵਸਿਆ ਹੋਇਆ ਹੈ ਔਰ ਜੜ੍ਹਾਂ ਦੇ ਨਾਲ ਮੈਨੂੰ ਲੱਗਦਾ ਹੈ ਕਿ ਇਹ ਜਗ੍ਹਾ ਜਿਹੜੀ ਹੈ ਉਹ ਆਪਣੀ ਜੁੜੀ ਹੋਈ। ਜੀ ਜੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਵੈਸੇ ਕਈ ਵਾਰੀ ਨਾ ਕੋਈ ਜਗ੍ਹਾ ਦੀ ਕਹਿ ਲਓ ਵੀ ਮੈਂ ਇਹ ਜਦੋਂ ਲੈਂਡ ਬਾਏ ਕੀਤੀ ਨਾ 2 ਸਾਲ ਪਹਿਲਾਂ ਤੇ ਕਰਨਲ ਸਾਹਿਬ ਆ ਚੰਡੀਗੜ੍ਹ ਤੋਂ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਬਰਜਿੰਦਰ ਵੀ ਇਹ ਜਿਹੜੀ ਜ਼ਮੀਨ ਹੈ ਨਾ ਅਸੀਂ ਇਹਦੇ 'ਚ ਬਹੁਤ ਵਧੇ ਫੁੱਲੇ ਤੇ ਮੈਂ ਉਹਨਾਂ ਨੂੰ ਕਿਹਾ ਜੀ ਮੈਂ ਵੀ ਕੋਸ਼ਿਸ਼ ਕਰੂੰਗਾ ਵੀ ਇਹ ਜ਼ਮੀਨ ਸਾਨੂੰ ਵੀ ਬਹੁਤ ਤਰੱਕੀਆਂ ਬਖਸ਼ੇ। ਤੇ ਮੈਂ ਉਹਨਾਂ ਨੂੰ ਲਾਸਟ ਵੀਕ ਕਾਲ ਕੀਤੀ, ਮੈਂ ਕਿਹਾ ਕਰਨਲ ਸਾਹਿਬ ਆ ਕੇ ਆਪਣੀ ਜ਼ਮੀਨ ਦੇਖੇ ਜਾਓ ਵੀ ਤੁਸੀਂ ਤੁਹਾਨੂੰ ਹੋਰ ਵੀ ਖੁਸ਼ੀ ਹੋਊਗੀ ਵੀ ਜਿਹੜੀ ਤੁਹਾਡੀ ਬਜ਼ੁਰਗਾਂ ਦੀ ਪੁਰਖਿਆਂ ਦੀ ਜ਼ਮੀਨ ਸੀ ਉਹਦੇ ਵਿੱਚ ਅੱਜ ਇੱਕ ਬੜੇ ਵਧੀਆ ਤਰੀਕੇ ਨਾਲ ਜਿਹੜਾ ਦਫ਼ਤਰ ਬਣਿਆ ਔਰ ਰੁਜ਼ਗਾਰ ਦਾ ਸਾਧਨ ਪੈਦਾ ਹੋਇਆ ਜੀ। ਬਹੁਤ ਚੰਗਾ ਲੱਗਿਆ ਬਰਜਿੰਦਰ ਜੀ ਤੁਹਾਨੂੰ ਮਿਲ ਕੇ ਔਰ ਅਸੀਂ ਆਸ ਕਰਦੇ ਹਾਂ ਕਿ ਜਿਸ ਤਰੀਕੇ ਨਾਲ ਤੁਸੀਂ ਕੰਮ ਪੰਜਾਬ ਦੇ ਲਈ, ਪੰਜਾਬ ਦੇ ਬੱਚਿਆਂ ਲਈ ਕਰ ਰਹੇ ਹੋ ਇਸੇ ਤਰੀਕੇ ਨਾਲ ਕਰਦੇ ਰਹੋ ਔਰ ਅਗਲੀ ਵਾਰ ਜਦੋਂ ਅਸੀਂ ਆਈਏ ਤਾਂ ਇਹ ਮਲਟੀ ਸਟੋਰੀ ਆਫਿਸ ਜੋ ਹੈ ਉਹ ਸਾਨੂੰ ਦੇਖਣ ਨੂੰ। ਜੀ ਬਿਲਕੁਲ ਕੋਸ਼ਿਸ਼ ਕਰਾਂਗੇ ਜੀ ਔਰ ਅਸੀਂ ਇਹਨਾਂ ਬੱਚਿਆਂ ਦੀਆਂ ਉਮੀਦਾਂ ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਇਹ ਬੱਚੇ ਆਪਣੇ ਫਾਈਨੈਂਸ਼ਲੀ ਔਰ ਮੈਂਟਲੀ ਪਰਿਵਾਰਕ ਤੌਰ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਵੀ ਸਾਡੇ ਕੋਲ ਬੱਚਾ ਆਇਆ ਅਸੀਂ ਉਹਨੂੰ ਐਜ਼ ਏ ਪਰਿਵਾਰ ਹੀ ਟਰੀਟ ਕਰੀਏ ਤੇ ਉਹਨਾਂ ਦੀਆਂ ਲੋੜਾਂ ਨੂੰ ਸਮਝਦੇ ਹੋਏ ਸਾਰਾ ਉਹਨਾਂ ਦੇ ਕਾਰੋਬਾਰ ਨੂੰ ਸਥਾਪਿਤ ਕਰੀਏ ਜੀ। ਬਹੁਤ ਬਹੁਤ ਧੰਨਵਾਦ। ਤਾਂ ਬਰਜਿੰਦਰ ਸਿੰਘ ਖਾਸ ਤੌਰ ਦੇ ਉੱਤੇ ਪੰਜਾਬ ਦੇ ਪਿੰਡ ਦੇ ਵਿੱਚ ਹੀ ਨੌਜਵਾਨਾਂ ਨੂੰ ਰੁਜ਼ਗਾਰ ਦਿੰਦੇ ਹੋਏ ਨਜ਼ਰ ਆਏ ਨੇ ਜਿੱਥੇ ਵਿਦੇਸ਼ ਜਾਣ ਦੀ ਬੱਚਿਆਂ ਨੂੰ ਹੋੜ ਲੱਗੀ ਹੋਈ ਹੈ। ਬੱਚੇ ਪੰਜਾਬ ਛੱਡ, ਆਪਣੀ ਜੜ੍ਹਾਂ ਛੱਡ ਵਿਦੇਸ਼ ਜਾਣਾ ਚਾਹੁੰਦੇ ਨੇ ਔਰ ਉੱਥੇ ਹੀ ਇਹਨਾਂ ਦੇ ਵੱਲੋਂ ਵਿਦੇਸ਼ੀ ਕੰਪਨੀ ਦੀ ਹੀ ਬ੍ਰਾਂਚ ਪੰਜਾਬ ਦੇ ਵਿੱਚ ਖੋਲ੍ਹ ਕੇ ਉਹਨਾਂ ਨੂੰ ਰੁਜ਼ਗਾਰ ਦਿੱਤਾ ਜਾ ਰਿਹਾ ਹੈ। ਉਹਨਾਂ ਦੇ ਜੇਕਰ ਰੁਜ਼ਗਾਰ ਵੀ ਦਿੱਤਾ ਗਿਆ ਤਾਂ ਉਸ ਦੇ ਉੱਤੇ ਖਾਸ ਤੌਰ ਦੇ ਉੱਤੇ ਧਿਆਨ ਦਿੱਤਾ ਜਾ ਰਿਹਾ ਕਿ ਤਨਖਾਹਾਂ ਇੰਨੀਆਂ ਹੋਣ ਤਾਂ ਕਿ ਉਹਨਾਂ ਨੂੰ ਕੋਈ ਜੱਦੋ ਜਹਿਦ ਨਾ ਕਰਨੀ ਪਵੇ, ਉਹਨਾਂ ਦਾ ਘਰ ਦਾ ਗੁਜ਼ਾਰਾ ਚੰਗੇ ਤਰੀਕੇ ਨਾਲ ਚੱਲਦਾ ਰਹੇ। ਕੈਮਰਾ ਪਰਸਨ ਦਵਿੰਦਰ ਦੇ ਨਾਲ ਗਗਨਦੀਪ ਸਿੰਘ, ਪ੍ਰੋ ਪੰਜਾਬ TV, ਨਵਾਂ ਸ਼ਹਿਰ।